Good morning, everyone. I welcome you all on the official channel of Erudition Studies. ਅੱਜ ਦਾ ਜੋ ਪਾਰਟਿਕੂਲਰ ਸੈਸ਼ਨ ਹੈ ਇਸ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਇਸ ਵੀਕ ਦੇ ਪੂਰੇ ਹੀ ਕਰੰਟ ਅਫੇਅਰਸ ਨੂੰ, ਠੀਕ ਹੈ, ਜਿਸ ਦੇ ਵਿੱਚ ਅਸੀਂ 18 ਤੋਂ ਲੈ ਕੇ 24 ਆਫ ਅਕਤੂਬਰ ਨੂੰ ਕਵਰ ਕਰਨਾ ਹੈ ਔਰ ਇਸ ਦੇ ਵਿੱਚ MCQs ਦੇ ਨਾਲ ਤੁਹਾਨੂੰ ਥਿਊਰੀ ਪਾਰਟ ਵੀ ਦਿੱਤਾ ਜਾਂਦਾ ਹੈ, ਨਿਊਜ਼ਪੇਪਰ ਐਨਾਲਿਸਿਸ ਵੀ ਹੁੰਦਾ, ਨਾਲ ਹੀ ਉਸ ਪਾਰਟਿਕੂਲਰ ਕੁਐਸਚਨ ਦੇ ਨਾਲ ਰਿਲੇਟਡ ਜਿੰਨੇ ਵੀ ਐਕਸਟਰਾ ਫੈਕਟਸ ਐਂਡ ਕੁਐਸਚਨਸ ਹੁੰਦੇ ਆ ਉਹਨਾਂ ਨੂੰ ਵੀ ਅਸੀਂ ਹਰ ਕੁਐਸਚਨ ਦੇ ਐਂਡ ਦੇ ਵਿੱਚ ਡਿਸਕਸ ਕਰੀਦਾ ਆ, ਰਾਈਟ। ਤਾਂ ਇਸ ਲਈ ਤੁਸੀਂ ਇੰਡੀਆ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵਾਲੇ ਜੋ ਚੈਪਟਰ ਹੈਗੇ ਨੇ, ਇਹ ਜੋ ਸਪੈਸ਼ਲ ਕਰੰਟ ਅਫੇਅਰ ਦੇ ਸੈਸ਼ਨ ਹੁੰਦੇ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੈਸ਼ਨ ਰਹਿੰਦੇ ਆ, ਠੀਕ ਹੈ। ਤਾਂ ਇਸ ਲਈ ਤੁਸੀਂ ਇਹਨਾਂ ਨੂੰ ਬਿਨਾਂ ਸਕਿਪ ਕੀਤੇ ਦੇਖਣਾ ਆ, ਠੀਕ ਹੈ। ਤਾਂ ਫਿਰ ਸਟਾਰਟ ਕਰਾਂਗੇ ਅੱਜ ਦੇ ਫਸਟ ਕੁਐਸਚਨ ਤੋਂ। ਐਂਡ ਯੈਸ, ਕੱਲ ਦਾ ਜੋ ਤੁਹਾਨੂੰ ਸੈਸ਼ਨ ਪ੍ਰੋਵਾਈਡ ਕੀਤਾ ਗਿਆ ਸੀ, ਬਿਕਾਜ਼ ਤੁਹਾਨੂੰ ਪਤਾ ਹੈ ਅਸੀਂ ਮਾਡਰਨ ਹਿਸਟਰੀ ਦੇ ਕ੍ਰੈਸ਼ ਕੋਰਸ ਨੂੰ ਸਟਾਰਟ ਕੀਤਾ ਹੋਇਆ, ਰਾਈਟ। ਇਸ ਦੇ ਵਿੱਚ ਅਸੀਂ ਪੰਜਾਬ ਦੀ ਹਿਸਟਰੀ ਤੇ ਪਹੁੰਚ ਚੁੱਕੇ ਹਾਂ ਕਿ ਕਿਸ ਤਰ੍ਹਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਹੈ, ਰਾਈਟ। ਤੇ ਇਸ ਦੇ ਵਿੱਚ ਕੱਲ ਅਸੀਂ 107 ਜੋ ਕੁਐਸਚਨਸ ਦਾ ਇੱਕ MCQ ਫਾਰਮੈਟ ਦੇ ਵਿੱਚ ਸਿੱਖ ਹਿਸਟਰੀ ਨੂੰ ਪ੍ਰੋਵਾਈਡ ਕੀਤਾ ਸੀ, ਰਾਈਟ, ਜਿਸ ਨੂੰ ਤੁਸੀਂ ਮੌਕ ਟੈਸਟ ਦੀ ਤਰ੍ਹਾਂ ਲੈ ਸਕਦੇ ਹੋ। ਜਿਹੜੇ ਵੀ ਸਟੂਡੈਂਟਸ ਨੇ ਉਹਨੂੰ ਨਹੀਂ ਦੇਖਿਆ ਹੋਏਗਾ ਦੇਖ ਲੈਣਾ, ਬਿਕਾਜ਼ ਆਈ ਅਸ਼ੋਰ ਯੂ ਦੈਟ ਕਿ ਇਹ ਜਿਹੜੇ 107 ਕੁਐਸਚਨਸ ਹੈਗੇ ਆ ਇਸ ਦੇ ਨਾਲ ਅਸੀਂ ਹਰ ਇੱਕ ਕੁਐਸਚਨ ਦੇ ਵਿੱਚ ਵੀ 10 ਕੁਐਸਚਨ ਹੋਰ ਜੋ ਹੈ ਸੋਲਵ ਕੀਤੇ ਸੀਗੇ। ਕਾਫੀ ਸਾਰੇ ਇਦਾਂ ਦੇ ਫੈਕਟਸ ਹੋਣਗੇ ਜੋ ਤੁਸੀਂ ਪਹਿਲਾਂ ਨਹੀਂ ਸੁਣੇ ਹੋਣੇ ਗੁਰੂ ਸਾਹਿਬਾਨਾਂ ਦੇ ਬਾਰੇ ਦੇ ਵਿੱਚ, ਠੀਕ ਹੈ, ਔਰ ਜੋ ਤੁਹਾਡੇ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਹੈ। ਪੰਜਾਬ ਦੇ ਲਈ ਤਾਂ ਵੈਸੇ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਅਦਰਵਾਈਜ਼ ਵੀ ਬਾਕੀ ਪੇਪਰਾਂ ਦੇ ਵਿੱਚ ਵੀ ਇਹ ਵਾਲੇ ਕੁਐਸਚਨਸ ਪੁੱਛੇ ਜਾਂਦੇ ਹੁੰਦੇ ਆ ਸਿੱਖ ਹਿਸਟਰੀ ਤੋਂ, ਠੀਕ ਹੈ। ਤਾਂ ਇਸ ਲਈ ਤੁਸੀਂ ਅਗਰ ਨਹੀਂ ਦੇਖਿਆ ਤਾਂ ਉਸ ਸੈਸ਼ਨ ਨੂੰ ਦੇਖ ਲੈਣਾ, ਠੀਕ ਹੈ। ਔਰ ਜਿਹੜੇ ਸਟੂਡੈਂਟਸ ਫਸਟ ਟਾਈਮ ਇਸ ਸੈਸ਼ਨ ਨੂੰ ਦੇਖ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਗਰ ਵੀਡੀਓ ਅੱਛੀ ਲੱਗਦੀ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਓਕੇ, ਐਂਡ ਚੈਨਲ ਨੂੰ ਫਿਰ ਗਰੋ ਕਰਨ ਦੇ ਵਿੱਚ ਸਪੋਰਟ ਕਰੋ, ਓਕੇ। ਤਾਂ ਸਟਾਰਟ ਕਰਦੇ ਹਾਂ 18 ਤੋਂ ਲੈ ਕੇ 24 ਅਕਤੂਬਰ ਦੇ ਵੀਕਲੀ ਕਰੰਟ ਅਫੇਅਰ ਦੇ ਸੈਸ਼ਨ ਨੂੰ, ਰਾਈਟ। ਕੁਐਸਚਨ ਨੰਬਰ 1, which state has launched ਸ਼੍ਰੀ ਧਨਵੰਤਰੀ ਜੈਨਰਿਕ ਮੈਡੀਕਲ ਸਟੋਰ ਸਕੀਮ। ਇੱਥੇ ਉਸ ਰਾਜ ਦਾ ਸਾਡੇ ਕੋਲੋਂ ਨਾਮ ਪੁੱਛਿਆ ਗਿਆ ਜਿਸ ਨੇ ਇੱਕ ਸਕੀਮ ਸ਼ੁਰੂ ਕੀਤੀ ਹੈ। ਸਕੀਮ ਦਾ ਨਾਮ ਹੈ ਸ਼੍ਰੀ ਧਨਵੰਤਰੀ ਜੈਨਰਿਕ ਮੈਡੀਕਲ ਸਟੋਰ, ਠੀਕ ਹੈ। ਜਦੋਂ ਤੁਸੀਂ ਇੱਥੇ ਪੜ੍ਹ ਹੀ ਰਹੇ ਹੋ ਮੈਡੀਕਲ ਸਟੋਰ ਤਾਂ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਕੁਛ ਨਾ ਕੁਛ ਇਹ ਹੈਲਥ ਦੇ ਨਾਲ ਰਿਲੇਟ ਕਰੇਗਾ, ਰਾਈਟ। ਤਾਂ ਇਸ ਦਾ ਆਨਸਰ ਰਹੇਗਾ ਜੀ ਛੱਤੀਸਗੜ੍ਹ, ਓਕੇ। ਤਾਂ ਜਿਹੜੇ ਛੱਤੀਸਗੜ੍ਹ ਦੇ CM ਹੈਗੇ ਨੇ ਭੁਪੇਸ਼ ਬਘੇਲ, ਇਹਨਾਂ ਨੇ ਹੀ ਇਸ ਸਕੀਮ ਨੂੰ ਵਰਚੁਅਲੀ ਲਾਂਚ ਕੀਤਾ ਹੈ, ਰਾਈਟ। ਹੁਣ ਇਹ ਆਈ ਕਿਸ ਲਈ ਹੈ? ਦੇਖੋ, ਇਹਨਾਂ ਨੇ ਬੋਲਿਆ ਕਿ ਜਿਹੜੀ ਜੈਨਰਿਕ ਮੈਡੀਸਿਨ ਹੁੰਦੀ ਹੈ ਨਾ ਜਾਂ ਫਿਰ ਹੈਲਥ ਕੇਅਰ ਹੈ ਜੋ ਇਹਨੂੰ ਅਸੀਂ ਸਸਤਾ ਬਣਾਉਣਾ ਹੈ, ਠੀਕ ਹੈ, ਲੋ ਕੋਸਟ ਦੇ ਉੱਪਰ ਪ੍ਰੋਵਾਈਡ ਕਰਨਾ ਹੈ। ਦੈਟ ਇਜ਼ ਵਾਈ ਇਹਨੂੰ ਛੱਤੀਸਗੜ੍ਹ ਦੀ ਗਵਰਨਮੈਂਟ ਨੇ ਹੁਣੇ ਲਾਂਚ ਕੀਤਾ ਹੈ। ਔਰ ਇਹ ਜੋ ਸਕੀਮ ਹੈਗੀ ਹੈ ਇਹ ਛੱਤੀਸਗੜ੍ਹ ਦੇ ਕਿਹੜੇ ਡਿਪਾਰਟਮੈਂਟ ਵੱਲੋਂ ਇੰਪਲੀਮੈਂਟ ਕੀਤੀ ਜਾਏਗੀ? ਅਰਬਨ ਐਡਮਿਨਿਸਟ੍ਰੇਸ਼ਨ ਐਂਡ ਡਿਵੈਲਪਮੈਂਟ ਡਿਪਾਰਟਮੈਂਟ, ਓਕੇ, ਜਿਹੜੇ ਕਿ ਅਰਬਨ ਏਰੀਆ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਕਰਦੇ ਨੇ, ਓਕੇ। ਔਰ ਇਹਦੇ ਵਿੱਚ ਨਾ ਕਰੀਬ 188 ਮੈਡੀਕਲ ਸ਼ੋਪਸ ਨੂੰ ਓਪਨ ਕੀਤਾ ਜਾਏਗਾ। ਛੱਤੀਸਗੜ੍ਹ ਦੀਆਂ ਕਿੰਨੀਆਂ ਸਿਟੀਜ਼ ਨੂੰ ਕਵਰ ਕੀਤਾ ਜਾਣਾ ਹੈ? 169, ਆਲਰਾਈਟ। ਅਗਰ ਤੁਸੀਂ ਐਟ ਪ੍ਰੈਜ਼ੈਂਟ ਦੀ ਗੱਲ ਕਰੋਗੇ ਤਾਂ ਇੱਥੇ 84 ਜੈਨਰਿਕ ਮੈਡੀਕਲ ਸ਼ੋਪਸ ਜਿਹੜੀਆਂ ਹੈਗੀਆਂ ਆ ਉਹ ਓਪਨ ਆਲਰੇਡੀ ਹੋ ਚੁੱਕੀਆਂ ਨੇ ਤੇ ਲੋਕਾਂ ਨੂੰ ਇਹਦੇ ਵਿੱਚ 9 ਤੋਂ ਲੈ ਕੇ 71% ਤੱਕ ਦਾ ਡਿਸਕਾਊਂਟ ਜੋ ਹੈ ਇਹ ਜੈਨਰਿਕ ਮੈਡੀਕਲ ਦੇ ਵਿੱਚ ਮਿਲੇਗਾ, ਓਕੇ। ਐਂਡ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਯਾਦ ਰੱਖ ਲੈਣਾ ਕਿ ਜਿਹੜੀ ਛੱਤੀਸਗੜ੍ਹ ਦੀ ਗਵਰਨਮੈਂਟ ਹੈਗੀ ਹੈ ਇਹਨੇ ਬੋਲਿਆ ਹੈ ਕਿ ਪੂਰੇ ਛੱਤੀਸਗੜ੍ਹ ਦੇ ਵਿੱਚ ਹੈਲਥ ਕੇਅਰ ਨੂੰ ਈਜ਼ੀਲੀ ਐਸੈਸ ਕਰਵਾਉਣਾ ਸਪੈਸ਼ਲੀ ਅਰਬਨ ਏਰੀਆਜ਼ ਦੇ ਵਿੱਚ ਇਹਨਾਂ ਦਾ ਕੰਮ ਹੈ, ਠੀਕ ਹੈ। ਤੇ ਛੱਤੀਸਗੜ੍ਹ ਦੀ ਜਿਹੜੀ ਕੈਪੀਟਲ ਹੈ ਉਹ ਰਹੇਗੀ ਜੀ ਰਾਏਪੁਰ, ਰਾਈਟ। ਗਵਰਨਰ ਕੌਣ ਹੈਗੇ ਆ? ਅਨੁਸੂਈਆ ਉਈਕੇ ਐਂਡ CM ਹੋ ਜਾਣਗੇ ਭੁਪੇਸ਼ ਬਘੇਲ, ਓਕੇ। ਹੁਣ ਅਸੀਂ ਡਿਸਕਸ ਕਰ ਲੈਂਦੇ ਹਾਂ ਐਸੇ ਹੀ ਰਿਲੇਟਡ ਦੇ ਵਿੱਚ ਕੁਝ ਰੀਸੈਂਟ ਨਿਊਜ਼ ਨੂੰ, ਠੀਕ ਹੈ। ਤਾਂ ਰਾਜਸਥਾਨ ਨੇ ਹੁਣੇ ਇੱਕ ਸਕੀਮ ਨੂੰ ਲਾਂਚ ਕੀਤਾ, ਇਸੇ ਹੀ ਵੀਕ ਦੀ ਗੱਲ ਹੈ, ਪ੍ਰਸ਼ਾਸਨ ਗਾਓਂ ਕੇ ਸੰਗ, ਠੀਕ ਹੈ। ਇਹ ਇੱਕ ਕੈਂਪੇਨ ਹੈ, ਰਾਈਟ। ਔਰ ਇਹਦੇ ਵਿੱਚ ਕੀ ਹੋਣਾ ਆ? ਇਹਨੂੰ ਇਸ ਲਈ ਪ੍ਰੋਵਾਈਡ ਕੀਤਾ ਗਿਆ ਹੈ ਬਿਕਾਜ਼ ਜਿਹੜੀਆਂ ਵੀ ਰਾਜਸਥਾਨ ਜੋ ਗਵਰਨਮੈਂਟ ਹੈ ਇਹ ਸਕੀਮਸ ਲੈ ਕੇ ਆਊਗੀ ਨਾ ਜਾਂ ਕੋਈ ਵੀ ਸਰਵਿਸਿਜ਼ ਲੈ ਕੇ ਆਊਗੀ ਤਾਂ ਇਹ ਕਿੱਥੇ ਪਹੁੰਚਾਉਣਾ ਚਾਹੁੰਦੀ ਹੈ? ਇਹਨਾਂ ਸਕੀਮਸ ਨੂੰ, ਇਹਨਾਂ ਸਰਵਿਸਿਜ਼ ਨੂੰ ਇਹ ਰਿਮੋਟ ਵਿਲੇजेस ਦੇ ਵਿੱਚ ਪਹੁੰਚਾਉਣਾ ਚਾਹੁੰਦੀ ਹੈ, ਠੀਕ ਹੈ। ਜਿਸ ਤਰ੍ਹਾਂ ਕਿ ਮੰਨ ਲਓ ਕਿਸੇ ਪਰਸਨ ਨੇ ਕੋਈ ਲੈਂਡ ਡੀਡ ਕਰਨੀ ਹੈ
ਉਹਦੀ ਟ੍ਰਾਂਸਫਰ ਕਰਨੀ ਹੈ ਜਾਂ ਫਿਰ ਲੈਂਡ ਦੀ ਅਲੋਟਮੈਂਟ ਹੋਣੀ ਹੈ ਜਾਂ ਇੱਦਾਂ ਦੇ ਕੋਈ ਵੀ ਬਾਕੀ ਸਰਟੀਫਿਕੇਟਸ ਨੂੰ ਇਸ਼ੂ ਕਰਵਾਉਣਾ ਹੈ ਤਾਂ ਉਸ ਦੇ ਲਈ ਫਿਰ ਉਹਨੂੰ ਜ਼ਿਆਦਾ ਆਫਿਸਿਸ ਦੇ ਵਿੱਚ ਧੱਕੇ ਖਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਏਗੀ, ਠੀਕ ਹੈ। ਔਰ ਇਹਨਾਂ ਨੇ ਬੋਲਿਆ ਕਿ ਈਜ਼ੀਲੀ ਐਕਸੈਸ ਕਰਵਾਇਆ ਜਾ ਸਕੇਗਾ ਪ੍ਰਸ਼ਾਸਨ ਗਾਉਂ ਕੇ ਸੰਗ ਦੇ ਨਾਲ, ਠੀਕ ਹੈ। ਯਾਨੀ ਕਿ ਜਿਹੜਾ ਇੱਥੇ ਦਾ ਪੂਰਾ ਪ੍ਰਸ਼ਾਸਨ ਹੈਗਾ ਨਾ ਰਾਜਸਥਾਨ ਦਾ, ਇਹ ਹੁਣ ਪਿੰਡਾਂ ਦੇ ਨਾਲ ਹੈ, ਰਾਈਟ। ਤਾਂ ਆਪਣੇ ਆਪ ਹੀ ਇਹਨਾਂ ਨੂੰ ਘਰਾਂ ਤੱਕ ਸੁਵਿਧਾਵਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ। ਆਫਟਰ दैट ਮੱਧ ਪ੍ਰਦੇਸ਼ ਗਵਰਨਮੈਂਟ ਨੇ ਲਾਂਚ ਕੀਤਾ ਮੁੱਖ ਮੰਤਰੀ ਰਾਸ਼ਨ ਆਪਕੇ द्वार योजना। ਇਹਦਾ ਮਤਲਬ ਕੀ ਹੋਏਗਾ ਕਿ ਜਿਹੜਾ ਰਾਸ਼ਨ ਹੈਗਾ ਆ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ, ਰਾਈਟ। ਤਾਂ ਸਕੀਮ ਕਿਹਨੇ ਸਟਾਰਟ ਕੀਤੀ ਹੈ? ਐਮਪੀ ਨੇ, ਆਲਰਾਈਟ। ਇਹਦੇ ਵਿੱਚ ਕੀ ਹੋਣਾ ਆ, ਇਹਨਾਂ ਨੇ ਬੋਲਿਆ ਇਸ ਸਕੀਮ ਨੂੰ ਨਾ ਆਉਣ ਵਾਲੇ ਨਵੰਬਰ ਦੇ ਵਿੱਚ ਸਟਾਰਟ ਕੀਤਾ ਜਾਏਗਾ, ਓਕੇ। ਔਰ ਨਾ ਪਿੰਡਾਂ ਦੇ ਵਿੱਚ, ਇਹ ਵੀ ਸਪੈਸ਼ਲ ਪਿੰਡਾਂ ਦੇ ਲਈ ਹੈਗੀ ਹੈ, ਵਿਲੇजेस ਦੇ ਵਿੱਚ ਕੀ ਹੋਣਾ ਆ, ਸਪੈਸ਼ਲ ਡੋਰ ਸਟੈਪ ਦੇ ਉੱਪਰ ਨਾ ਸਪਲਾਈ ਕੀਤੀ ਜਾਊਗੀ, ਓਕੇ। ਔਰ ਜਿਹੜੀ ਸਪਲਾਈ ਹੈ ਨਾ ਇਹ ਕਿਹੜੇ ਪਿੰਡਾਂ ਵਿੱਚ ਹੋਏਗੀ? ਦੇਖੋ ਕਈ ਜਗ੍ਹਾ ਦੇ ਉੱਪਰ ਤਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਰਾਸ਼ਨ ਦੇ ਆਫਿਸਿਸ ਹੈਗੇ ਨੇ ਉਹ ਹੈਗੇ ਨੇ, ਹਨਾ। ਔਰ ਲੋਕਾਂ ਨੂੰ ਇੱਥੇ ਬਹੁਤ ਹੀ ਘੱਟ ਔਰ ਚੀਪ ਪ੍ਰਾਈਸ ਦੇ ਉੱਪਰ ਗਵਰਨਮੈਂਟ ਵੱਲੋਂ ਪ੍ਰਾਈਸ ਜੋ ਪ੍ਰੋਵਾਈਡ ਕੀਤਾ ਜਾਂਦਾ ਹੈ ਰਾਸ਼ਨ, ਰਾਈਟ। ਬਟ ਮੰਨ ਲਓ ਇਹਨਾਂ ਨੇ ਬੋਲਿਆ ਉਹ ਵਾਲੇ ਪਿੰਡ ਜਿੱਥੇ ਨਾ ਕੋਈ ਵੀ ਪ੍ਰਾਈਸ ਸ਼ੋਪ ਨਹੀਂ ਹੈ, ਠੀਕ ਹੈ, ਉੱਥੋਂ ਦੇ ਲੋਕ ਜੋ ਗਵਰਨਮੈਂਟ ਵੱਲੋਂ ਦਿੱਤਾ ਗਿਆ ਅਨਾਜ ਹੁੰਦਾ ਉਹਦਾ ਫਾਇਦਾ ਨਹੀਂ ਉਠਾ ਸਕਦੇ, ਉੱਥੇ ਫਿਰ ਇਸ ਸਕੀਮ ਨੂੰ ਸਟਾਰਟ ਕੀਤਾ ਗਿਆ ਹੈ ਕਿ ਉਹਨਾਂ ਦੇ ਘਰਾਂ ਤੱਕ ਹੀ ਫੇਰੇ ਵਾਲਾ ਰਾਸ਼ਨ ਪਹੁੰਚਾਇਆ ਜਾਏਗਾ, ਓਕੇ। ਔਰ ਇਹਦੇ ਵਿੱਚ ਜਿਹੜੇ ਇੱਥੇ ਦੇ ਟ੍ਰਾਈਬਲ ਏਰੀਆਜ਼ ਹੈਗੇ ਆ ਐਮਪੀ ਦੇ, ਇਹਨਾਂ ਨੇ ਸਪੈਸ਼ਲ ਮੁੱਖ ਰੱਖਦੇ ਹੋਏ ਇਹ ਵਾਲੀ ਸਕੀਮ ਨਿਕਾਲੀ ਹੈ, ਠੀਕ ਹੈ। ਇਹਨਾਂ ਨੇ ਬੋਲਿਆ 74 ਅਸੀਂ ਐਦਾਂ ਦੇ ਬਲੋਕਸ ਬਣਾਵਾਂਗੇ ਜਿਹੜੇ ਸਿਰਫ ਟ੍ਰਾਈਬਲ ਲੋਕਾਂ ਨੂੰ ਕਵਰ ਕਰਨਗੇ, ਓਕੇ। ਕਿਸ ਸਕੀਮ ਦੇ ਅੰਡਰ? ਮੁੱਖ ਮੰਤਰੀ ਰਾਸ਼ਨ ਆਪਕੇ द्वार ਸਕੀਮ, ਓਕੇ। ਆਫਟਰ दैट ਮਿਸ਼ਨ ਕਵਚ ਕੁੰਡਲ, ਇਹ ਸਟਾਰਟ ਕੀਤਾ ਗਿਆ ਮਹਾਰਾਸ਼ਟਰ ਗਵਰਨਮੈਂਟ ਵੱਲੋਂ, ਠੀਕ ਹੈ। ਇਹ ਨਾ ਇੱਕ ਵੈਕਸੀਨੇਸ਼ਨ ਕੈਂਪੇਨ ਸੀਗਾ ਕੋਵਿਡ-19 ਦਾ ਐਂਡ 7 ਡੇਜ਼ ਤੱਕ ਇਹਨੂੰ ਚਲਾਇਆ ਗਿਆ ਸੀ, ਓਕੇ। ਔਰ ਇਹ 8 ਤੋਂ ਲੈ ਕੇ 14 ਅਕਤੂਬਰ ਤੱਕ ਚੱਲਿਆ ਮਹਾਰਾਸ਼ਟਰ ਦੇ ਵਿੱਚ। ਮਹਾਰਾਸ਼ਟਰ ਗਵਰਨਮੈਂਟ ਨੇ ਕੀ ਬੋਲਿਆ ਕਿ ਸਾਡਾ ਇਹਦੇ ਵਿੱਚ ਟਾਰਗੇਟ ਹੈਗਾ ਕਿ 15 ਲੱਖ ਲੋਕਾਂ ਨੂੰ ਅਸੀਂ ਪਰ ਡੇ ਵੈਕਸੀਨ ਲਗਾਣੀ ਹੈ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਸੈਂਟਰ ਗਵਰਨਮੈਂਟ ਹੈ ਇਹਨੇ ਇੱਕ ਟਾਰਗੇਟ ਰੱਖਿਆ ਸੀ ਕਿ 15 ਅਕਤੂਬਰ ਤੱਕ ਇਹ 1 ਕਰੋੜ ਲੋਕਾਂ ਨੂੰ ਵੈਕਸੀਨੇਟ ਕਰਨਗੇ। ਔਰ ਮਹਾਰਾਸ਼ਟਰ ਗਵਰਨਮੈਂਟ ਦਾ ਕਵਚ ਕੁੰਡਲ ਜੋ ਪ੍ਰੋਗਰਾਮ ਹੈ ਇਹ ਐਸੇ ਦੇ ਵਿੱਚ ਹੀ ਗਵਰਨਮੈਂਟ ਦੀ ਹੈਲਪ ਕਰੇਗਾ, ਓਕੇ। ਦੈਨ स्वच्छता प्रोग्राम लॉन्च्ड बाय आंध्र प्रदेश, स्वेच्छा प्रोग्राम, माफ करना। देखो स्वेच्छा प्रोग्राम आंध्र प्रदेश ने स्टार्ट किया है। किस लिए स्टार्ट किया गया है? फीमेल दे विच जो मैंसुरेशन दी प्रॉब्लम हुंदी है ना, उस दे दौरान उन्हां दा हाइजीन दा एंड हैल्थ दा प्रॉपरली ख्याल रखा जा सके और उन्हां नूं एनकरेज किया जा सके, ठीक है। इस दे लई स्वेच्छा प्रोग्राम आया और ਇਹਦੇ ਵਿੱਚ ਹੋਏਗਾ ਕਿ ਇਸ ਦੇ ਵਿੱਚ ਆਂਧਰਾ ਪ੍ਰਦੇਸ਼ ਗਵਰਨਮੈਂਟ ਜੋ ਹੈ ਇਹ ਮੈਂਸੂਰੇਸ਼ਨ ਦੇ ਦੌਰਾਨ ਜਿੰਨੀਆਂ ਵੀ ਗਵਰਨਮੈਂਟ ਇੰਸਟੀਟਿਊਟਸ ਦੇ ਵਿੱਚ ਗਰਲ ਚਾਈਲਡ ਪਲਦੀਆਂ ਨੇ, ਠੀਕ ਹੈ, ਫੀਮੇਲ ਪੜਦੀਆਂ, ਉਹਨਾਂ ਨੂੰ ਇਹ ਕੀ ਦੇਣਗੇ ਜੀ? ਸੈਨੀਟਰੀ ਨੈਪਕਿਨ ਜੋ ਹੈਗੇ ਆ ਬ੍ਰਾਂਡਡ, ਇਹ ਪ੍ਰੋਵਾਈਡ ਕਰਨਗੇ, ਓਕੇ। ਆਫਟਰ दैट ਅਸਾਮ ਗਵਰਨਮੈਂਟ ਨੇ ਇੱਕ ਈ ਫਿਸ਼ ਮਾਰਕੀਟ ਐਪ ਨੂੰ ਲਾਂਚ ਕੀਤਾ। ਇਸ ਐਪ ਦਾ ਨਾਮ ਕੀ ਹੈ? ਫਿਸ਼ ਵਾਲੇ, ਠੀਕ ਹੈ। ਔਰ ਇਹ ਅਸਾਮ ਵੱਲੋਂ ਸਟਾਰਟ ਹੋਈ ਹੈ ਔਰ ਇਹ ਪੂਰੇ ਇੰਡੀਆ ਦੀ ਪਹਿਲੀ ਈ ਫਿਸ਼ ਮਾਰਕੀਟ ਐਪ ਹੈ, ਠੀਕ ਹੈ। ਜਦੋਂ ਵੀ ਕੋਈ ਚੀਜ਼ ਪਹਿਲੀ ਹੋਏਗੀ ਤਾਂ ਓਬਵੀਅਸਲੀ ਇੰਪੋਰਟੈਂਟ ਫॉर ਯੂ ਐਗਜ਼ਾਮ, ਓਕੇ। ਤੇ ਇਹਦੇ ਵਿੱਚ ਨਾ ਜਿਹੜੀਆਂ ਫਿਸ਼ ਹੋਣਗੀਆਂ ਉਹਨਾਂ ਨੂੰ ਪ੍ਰੋਪਰਲੀ ਪੈਕ ਕਰਕੇ ਦਿੱਤਾ ਜਾਏਗਾ, ਰਾਈਟ। ਫਿਸ਼ ਦਾ ਪਿਕਲ ਹੋ ਗਿਆ, ਡਰਾਈ ਫਿਸ਼ ਪੈਕੇਟਸ ਹੋ ਗਏ, ਐਦਾਂ ਦੀਆਂ ਚੀਜ਼ਾਂ ਮਿਲਣਗੀਆਂ। ਇਹਦੇ ਵਿੱਚ ਬਾਇਰ ਐਂਡ ਸੈਲਰ ਦੋਨਾਂ ਨੂੰ ਹੀ ਫਾਇਦਾ ਹੋਏਗਾ। ਜਿਹੜੇ ਬਾਇਰ ਹੈਗੇ ਆ ਇਸ ਐਪ ਦੇ ਉੱਪਰ ਜੋ ਹੈ ਆਪਣਾ ਆਰਡਰ ਪਲੇਸ ਕਰਕੇ ਘਰ ਦੇ ਵਿੱਚ ਹੀ ਲੈ ਸਕਦੇ ਨੇ ਇਹ ਵਾਲੀ ਆਰਡਰਸ ਨੂੰ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਸੈਲਰ ਹੈਗੇ ਨੇ ਉਹਨਾਂ ਨੂੰ ਆਨਲਾਈਨ ਹੀ ਬਾਇਰਸ ਮਿਲ ਜਾਣਗੇ, ਰਾਈਟ। ਇਸ ਤਰ੍ਹਾਂ ਕਰਕੇ ਦੋਨਾਂ ਨੂੰ ਹੀ ਇਸ ਸਕੀਮ ਦਾ ਬੈਨੀਫਿਟ ਹੋਏਗਾ, ਆਲਰਾਈਟ। ਕੁਐਸਚਨ ਨੰਬਰ 2, ਵਿਚ ਗਵਰਨਮੈਂਟ ਹੈਜ਼ ਲਾਂਚਡ ਮੇਰਾ ਘਰ ਮੇਰੇ ਨਾਮ ਸਕੀਮ। ਤਾਂ ਤੁਸੀਂ ਦੇਖੋ ਇਹਦਾ ਮਤਲਬ ਇਹ ਹੈ ਕਿ ਕੁਛ ਨਾ ਕੁਛ ਹੈ ਜੋ ਘਰ ਦੀ ਨਾਲ ਪ੍ਰੋਪਰਟੀ ਦੇ ਨਾਲ ਰਿਲੇਟ ਕਰੇਗਾ ਔਰ ਬੰਦੇ ਦੇ ਖੁਦ ਦੇ ਨਾਮ ਹੋਏਗਾ, ਹੈ ਨਾ। ਤਾਂ ਮੇਰਾ ਘਰ ਮੇਰੇ ਨਾਮ ਦੀ ਜੋ ਸਕੀਮ ਹੈ ਇਹ ਪੰਜਾਬ ਗਵਰਨਮੈਂਟ ਵੱਲੋਂ ਹਾਲ ਹੀ ਦੇ ਵਿੱਚ ਸਟਾਰਟ ਕੀਤੀ ਗਈ ਹੈ, ਠੀਕ ਹੈ। ਤਾਂ ਪੰਜਾਬ ਦੇ ਜਿਹੜੇ ਸੀਐਮ ਹੈਗੇ ਨੇ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅਪਾਇੰਟ ਕੀਤਾ ਗਿਆ, ਚਰਨਜੀਤ ਸਿੰਘ ਚਾਨੀ, ਰਾਈਟ, ਇਹਨਾਂ ਨੇ ਹੀ ਇਸ ਸਕੀਮ ਨੂੰ ਲਾਂਚ ਕੀਤਾ। ਹੁਣ ਗੱਲ ਆਂਦੀ ਹੈ ਕਿ ਇਸ ਦਾ ਮਕਸਦ ਕੀ ਹੈ। ਦੇਖੋ ਜਿਹੜੇ ਵੀ ਏਰੀਆਜ਼ ਨਾ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਲਾਲ ਲਕੀਰ ਦੇ ਅੰਡਰ ਆਣਗੇ, ਠੀਕ ਹੈ,
ਇਹ ਵਾਲੇ ਏਰੀਆਜ਼ ਦੇ ਵਿੱਚ ਜਿੰਨੀ ਵੀ ਜ਼ਮੀਨ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਜ਼ਮੀਨ ਦੀ ਨਾ ਰਜਿਸਟਰੀ ਨਹੀਂ ਹੁੰਦੀ, ਠੀਕ ਹੈ। ਹੁਣ ਜਦੋਂ ਇਹਦੀ ਰਜਿਸਟਰੀ ਨਹੀਂ ਹੁੰਦੀ ਤਾਂ ਜਦੋਂ ਤੁਸੀਂ ਬੈਂਕ ਦੇ ਕੋਲ ਜਾਂਦੇ ਹੋ ਇਸ ਜ਼ਮੀਨ ਦੇ ਅਗੇਂਸਟ ਲੋਨ ਲੈਣ ਦੇ ਲਈ ਤਾਂ ਓਬਵੀਅਸਲੀ ਬੈਂਕ ਤੁਹਾਨੂੰ ਲੋਨ ਵੀ ਪ੍ਰੋਵਾਈਡ ਨਹੀਂ ਕਰਦੇ, ਠੀਕ ਹੈ। ਤਾਂ ਔਰ ਇਹ ਵਾਲਾ ਜਿਹੜਾ ਏਰੀਆ ਹੁੰਦਾ ਨਾ ਲਾਲ ਲਕੀਰ ਦੇ ਅੰਡਰ ਵਾਲਾ, ਇਹਨੂੰ ਯੂਜ਼ ਕੀਤਾ ਜਾਂਦਾ ਹੈ ਨੋਨ ਐਗਰੀਕਲਚਰ ਪਰਪਸ ਦੇ ਲਈ, ਓਕੇ। ਤੇ ਹੁਣ ਜਿੰਨਾ ਲੋਕਾਂ ਦੇ ਕੋਲੋਂ ਇਹ ਵਾਲੇ ਏਰੀਆ ਦੇ ਵਿੱਚ ਜ਼ਮੀਨ ਹੈਗੀ ਹੈ, ਠੀਕ ਹੈ, ਉਹਨਾਂ ਦੇ ਕੋਲੋਂ ਰਜਿਸਟਰੀ ਨਹੀਂ ਹੁੰਦੀ ਤੇ ਇਹਨਾਂ ਲੋਕਾਂ ਨੂੰ ਕੀ ਕਹਿ ਰਹੇ ਨੇ, ਇਹ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਨਾ ਹੁਣ ਪ੍ਰੋਪਰਟੀ ਜਿਹੜੇ ਰਾਈਟ ਹੈਗੇ ਨੇ ਉਹ ਅਸੀਂ ਦੇ ਦੇਣੇ ਆ, ਠੀਕ ਹੈ। ਤੇ ਇਸ ਸਕੀਮ ਦੇ ਅੰਡਰ ਜਿਹੜੀ ਗਵਰਨਮੈਂਟ ਆਫ ਪੰਜਾਬ ਹੈਗੀ ਹੈ ਇਹ ਕੀ ਕਰਨ ਵਾਲੀ ਹੈ, ਇਹਨਾਂ ਡਰੋਨ ਦੀ ਹੈਲਪ ਦੇ ਨਾਲ ਜਿਹੜੀ ਇੱਥੇ ਦੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਹੋਏਗੀ ਇਸ ਦਾ ਇੱਕ ਪ੍ਰੋਪਰ ਸਰਵੇ ਕਰੇਗੀ, ਰਾਈਟ। ਰੂਰਲ ਏਰੀਆ ਦੇ ਵਿੱਚ ਵੀ ਕੀਤਾ ਜਾਏਗਾ ਐਂਡ ਅਰਬਨ ਏਰੀਆ ਦੇ ਵਿੱਚ ਵੀ ਕੀਤਾ ਜਾਏਗਾ, ਓਕੇ। ਇਹਦੇ ਨਾਲ ਕੀ ਹੋਣਾ ਹੈ, ਫਿਰ ਇਹਦੇ ਨਾਲ ਜਿੰਨੀ ਵੀ ਲੈਂਡ ਹੋਏਗੀ ਉਹਦੀ ਡਿਜੀਟਲ ਮੈਪਿੰਗ ਕੀਤੀ ਜਾ ਸਕੇਗੀ ਐਂਡ ਜਿਹੜੇ ਵੀ ਐਲੀਜੀਬਲ ਰੈਜ਼ੀਡੈਂਟਸ ਹੋਣਗੇ ਉਹਨਾਂ ਨੂੰ ਫਿਰ ਪ੍ਰੋਪਰਟੀ ਕਾਰਡ ਇਸ਼ੂ ਕੀਤੇ ਜਾਣਗੇ, ਡਿਸਟ੍ਰੀਬਿਊਟ ਕੀਤੇ ਜਾਣਗੇ, ਓਕੇ। ਔਰ ਤੁਸੀਂ ਇਹ ਮੰਨ ਕੇ ਚੱਲਣਾ ਜਿਹੜੇ ਇਹ ਪ੍ਰੋਪਰਟੀ ਕਾਰਡ ਹੈਗੇ ਆ ਇਹ ਇਹਨਾਂ ਲੋਕਾਂ ਦੇ ਲਈ ਬਿਲਕੁਲ ਰਜਿਸਟਰੀ ਦੀ ਤਰ੍ਹਾਂ ਕੰਮ ਕਰਨਗੇ, ਯਾਨੀ ਕਿ ਬੈਂਕ ਦੇ ਵਿੱਚ ਜਾ ਕੇ ਇਹਨਾਂ ਦੇ ਬੇਸ ਦੇ ਉੱਪਰ ਲੋਨ ਵੀ ਅਵੇਲ ਕੀਤਾ ਜਾ ਸਕੇਗਾ, ਠੀਕ ਹੈ। ਔਰ ਨਾਲ ਦੀ ਨਾਲ ਅਗਰ ਉਹ ਇਸ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਆ ਤਾਂ ਯੈਸ ਉਹ ਸੇਲ ਵੀ ਕਰ ਸਕਦੇ ਆ ਇਹਨਾਂ ਪ੍ਰੋਪਰਟੀ ਕਾਰਡਸ ਦੇ ਬੇਸ ਦੇ ਉੱਪਰ ਹੀ, ਠੀਕ ਹੈ। ਹੁਣ ਇੱਥੇ ਦੇਖਾਂਗੇ ਜਿਹੜੇ ਪੰਜਾਬ ਹੈ ਇਹਦੇ ਗਵਰਨਰ ਕੌਣ ਹੈਗੇ ਨੇ, ਬਨਵਾਰੀ ਲਾਲ ਪੁਰੋਹਿਤ, ਓਕੇ। ਕੁਐਸਚਨ ਨੰਬਰ 3, ਬਾਥੂਕਾਮਾ ਫੈਸਟੀਵਲ ਬਿਲੋਂਗਸ ਟੂ ਵਿਚ ਸਟੇਟ। ਇੱਥੇ ਇੱਕ ਫੈਸਟੀਵਲ ਦਾ ਨਾਮ ਦਿੱਤਾ ਹੋਇਆ ਹੈ, ਤਿਉਹਾਰ ਦਾ ਨਾਮ ਦਿੱਤਾ ਹੈ ਬਾਥੂਕਾਮਾ। ਪੁੱਛਿਆ ਜਾ ਰਿਹਾ ਹੈ ਇਹ ਕਿਹੜੀ ਸਟੇਟ ਤੋਂ ਬਿਲੋਂਗ ਕਰੇਗਾ, ਠੀਕ ਹੈ। ਤਾਂ ਇਹ ਜੋ ਬਾਥੂਕਾਮਾ ਫੈਸਟੀਵਲ ਹੈ ਇਹ ਤੇਲੰਗਾਨਾ ਦੇ ਵਿੱਚ ਮਨਾਇਆ ਜਾਂਦਾ ਹੈ, ਆਲਰਾਈਟ। ਔਰ ਇਹ ਟੋਟਲ ਨਾ 9 ਦਿਨ ਦਾ ਇੱਕ ਫੈਸਟੀਵਲ ਰਹਿੰਦਾ ਆ, ਓਕੇ। ਐਂਡ ਇਹ ਮਨਾਇਆ ਕਦੋਂ ਜਾਂਦਾ ਹੈ, ਡਿਊਰਿੰਗ ਦੁਰਗਾ ਨਵਰਾਤਰੀ, ਠੀਕ ਹੈ। ਇਸ ਟਾਈਮ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ। ਔਰ ਇਹ ਜੋ ਫੈਸਟ ਹੈਗਾ ਆ ਇਹ ਬੋਲਦੇ ਆ ਮਹਾਲਿਆ ਅਮਾਵਸਿਆ ਵਾਲੇ ਦਿਨ ਸਟਾਰਟ ਹੁੰਦਾ ਆ ਤੇ 9 ਦਿਨ ਤੱਕ ਕੰਟੀਨਿਊਸਲੀ ਚੱਲਦਾ ਹੈ, ਠੀਕ ਹੈ। ਔਰ ਇਸ ਦਾ ਜੋ ਐਂਡ ਹੈ ਇਹ ਫਿਰ ਕਦੋਂ ਹੁੰਦਾ ਹੈ, ਦੁਰਗਾਸ਼ਟਮੀ ਵਾਲੇ ਦਿਨ ਇਸ ਦਾ ਐਂਡ ਕੀਤਾ ਜਾਂਦਾ ਹੈ, ਆਲਰਾਈਟ। ਐਂਡ ਇਸ ਤੋਂ ਇਲਾਵਾ ਤੇਲੰਗਾਨਾ ਦੇ ਕੁਝ ਹੋਰ ਵੀ ਫੇਮਸ ਫੈਸਟੀਵਲਸ ਹੈਗੇ ਨੇ, ਠੀਕ ਹੈ, ਜਿਸ ਤਰ੍ਹਾਂ ਕਿ ਸਾਮੱਕਾ ਸਰੱਕਾ ਜਤਾਰਾ ਐਂਡ ਨਾਗੋਬਾ ਜਥਾਰਾ, ਦੈਨ ਬੋਨਾਲੂ ਫੈਸਟ। ਇਹਨਾਂ ਦੇ ਬਾਰੇ ਦੇ ਵਿੱਚ ਵੀ ਪੁੱਛਿਆ ਜਾਂਦਾ ਹੁੰਦਾ ਹੈ ਅਕਸਰ ਹੀ, ਠੀਕ ਹੈ। ਹੁਣ ਦੇਖਦੇ ਹਾਂ ਤੇਲੰਗਾਨਾ ਦੀ ਕੈਪੀਟਲ ਹੈਦਰਾਬਾਦ ਹੈ, ਗਵਰਨਰ ਕੌਣ ਹੈਗੇ ਆ, ਤਮਿਲ ਸਾਈ ਸੁੰਦਰਰਾਜਨ ਐਂਡ ਸੀਐਮ ਰਹਿਣਗੇ ਚੰਦਰ ਸ਼ੇਖਰ ਰਾਓ, ਆਲਰਾਈਟ, ਯੈਸ। ਹੁਣ ਦੇਖਦੇ ਹਾਂ ਕੁਝ ਰੀਸੈਂਟ ਫੈਸਟੀਵਲ ਜਿਹੜੇ ਸੈਲੀਬ੍ਰੇਟ ਹੋਏ ਨੇ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਾਤਾ ਸੰਕੀਰਤਨਾ ਦੀ, ਠੀਕ ਹੈ। ਇਹ ਮਨੀਪੁਰ ਦਾ ਇੱਕ ਫੈਸਟੀਵਲ ਹੈ ਜਿਸ ਨੂੰ ਕਿ ਫੈਸਟੀਵਲ ਆਫ ਡਾਂਸ ਐਂਡ ਮਿਊਜ਼ਿਕ ਬੋਲਿਆ ਜਾਂਦਾ ਹੈ, ਠੀਕ ਹੈ। ਔਰ ਇਹਨੇ 30th of September 2021 ਨੂੰ ਸੈਲੀਬ੍ਰੇਟ ਕੀਤਾ ਗਿਆ ਸੀ। ਟੋਟਲ 3 ਡੇਜ਼ ਦੇ ਲਈ ਇਹ ਹਰ ਸਾਲ ਹੁੰਦਾ ਹੈ, ਰਾਈਟ। ਇਹ ਕਿਸ ਲਈ ਕੀਤਾ ਜਾਂਦਾ ਹੈ, ਤਾਂ ਕਿ ਜਿਹੜਾ ਮਨੀਪੁਰ ਦਾ ਏਰੀਆ ਹੈ ਇੱਥੇ ਦਾ ਕਲਚਰ ਐਂਡ ਇੱਥੇ ਦਾ ਟ੍ਰੈਡੀਸ਼ਨ ਇਸ ਨੂੰ ਆਉਣ ਵਾਲੀਆਂ ਜਨਰੇਸ਼ਨ ਦੇ ਲਈ ਗਾਰਡ ਕੀਤਾ ਜਾ ਸਕੇ, ਪ੍ਰਮੋਸ਼ਨ ਕੀਤੀ ਜਾ ਸਕੇ ਇਸ ਦੀ, ਓਕੇ। ਆਫਟਰ ਦੈਟ ਪਹਿਲੀ ਵਾਰ ਹਿਮਾਲਿਆ ਫਿਲਮ ਫੈਸਟੀਵਲ ਨੂੰ ਮਨਾਇਆ ਗਿਆ, ਵੈਰੀ ਇੰਪੋਰਟੈਂਟ ਕੁਐਸਚਨ, ਓਕੇ। ਔਰ ਇਹਨੂੰ ਮਨਾਇਆ ਕਿਹੜੀ ਜਗ੍ਹਾ ਤੇ ਗਿਆ, ਲੇਹ ਦੇ ਵਿੱਚ। ਲੇਹ ਦੀ ਲੋਕੇਸ਼ਨ ਕਿੱਥੇ ਮਿਲੇਗੀ ਜੀ, ਲੱਦਾਖ ਦੇ ਵਿੱਚ, ਰਾਈਟ। ਤਾਂ ਹਿਮਾਲयन ਫਿਲਮ ਫੈਸਟੀਵਲ 24 ਤੋਂ ਲੈ ਕੇ ਐਂਡ 28 of September ਤੱਕ ਪਾਰਟਿਸਿਪੇਟ ਕੀਤਾ ਗਿਆ, ਓਕੇ। ਐਂਡ ਇਹ ਜੋ ਹੈ ਨਾ ਜਿਹੜਾ ਸਾਡਾ 75 ਸਾਲ ਪੂਰੇ ਹੋਏ ਆ ਆਜ਼ਾਦੀ ਦੇ ਔਰ ਜਿਸ ਨੂੰ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਜੋਂ ਮਨਾਇਆ ਜਾ ਰਿਹਾ ਹੈ, ਠੀਕ ਹੈ। ਐਸੇ ਦੇ ਹੀ ਨਾਲ ਰਿਲੇਟ ਕਰਕੇ ਹਿਮਾਲयन ਫਿਲਮ ਫੈਸਟੀਵਲ ਨੂੰ ਮਨਾਇਆ ਗਿਆ ਸੀ, ਓਕੇ। ਆਫਟਰ ਦੈਟ ਓਨਮ ਨਾਮ ਦਾ ਜੋ ਫੈਸਟੀਵਲ ਹੈ ਇਹ ਕਿਹੜੀ ਜਗ੍ਹਾ ਦਾ ਫੈਸਟੀਵਲ ਹੈ ਜੀ, ਕੇਰਲਾ ਦਾ, ਠੀਕ ਹੈ। ਔਰ ਇੱਥੇ ਫਸਲ ਦੀ ਕਟਾਈ ਦੇ ਲਈ ਹੁੰਦਾ ਹੈ ਫੈਸਟੀਵਲ ਔਰ ਇਹ ਟੋਟਲ 10 ਦਿਨ ਤੱਕ ਚੱਲਦਾ ਹੈ, ਆਲਰਾਈਟ। ਆਫਟਰ ਦੈਟ ਇੰਡੀਅਨ ਇੰਟਰਨੈਸ਼ਨਲ ਚੈਰੀ ਬਲੋਸਮ ਫੈਸਟੀਵਲ, ਇਹਨੂੰ ਨਾ ਸ਼ਿਲੋਂਗ ਦੇ ਵਿੱਚ ਮਨਾਉਂਦੇ ਨੇ ਬਟ ਇਸ ਵਾਰ ਕੋਵਿਡ ਦੇ ਕਰਕੇ ਇਸ ਨੂੰ ਕੈਂਸਲ ਕੀਤਾ ਗਿਆ ਸੀ, ਓਕੇ। ਦੈਨ ਕਤੀ ਬਿਹੂ ਫੈਸਟੀਵਲ, ਇਹ ਹੁੰਦਾ ਜੀ ਅਸਾਮ ਦਾ, ਰਾਈਟ। ਔਰ ਕਤੀ ਬਿਹੂ ਨੂੰ ਹੀ ਕੰਗਾਲੀ ਬਿਹੂ ਫੈਸਟੀਵਲ ਵੀ ਬੋਲਿਆ ਜਾਂਦਾ ਹੈ। ਕੰਗਾਲੀ ਯਾਨੀ ਕਿ ਕੰਗਾਲ, ਕੰਗਾਲ ਮਤਲਬ ਗਰੀਬ ਲੋਕ, ਰਾਈਟ। ਤਾਂ ਇਸ ਦਾ ਮਤਲਬ ਇਹ ਹੈ ਕਿ ਇਹਨੂੰ ਬੋਲਦੇ ਨੇ ਕਿ ਇਹ ਨਾ ਗਰੀਬਾਂ ਦਾ ਫੈਸਟੀਵਲ ਹੁੰਦਾ ਔਰ ਇਸ ਨੂੰ ਅਕਤੂਬਰ ਦੇ ਮਿਡ ਦੇ ਵਿੱਚ ਸੈਲੀਬ੍ਰੇਟ ਕਰਦੇ ਨੇ, ਓਕੇ, ਯੈਸ। ਕੁਐਸਚਨ ਨੰਬਰ 4, ਵੈਨ
इंटरनेशनल स्नो लैपर्ड डे हैज़ बीन ऑब्जर्वड। ਇੱਥੇ ਪੁੱਛਿਆ ਜਾ ਰਿਹਾ ਹੈ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਸਨੋ ਲੈਪਰਡ ਡੇ ਕਦੋਂ ਮਨਾਇਆ ਗਿਆ, ਠੀਕ ਹੈ, ਹਿਮ ਤੇਂਦੂਆ ਦਿਵਸ। ਤਾਂ ਇਸ ਨੂੰ 23 ਅਕਤੂਬਰ ਨੂੰ ਮਨਾਇਆ ਗਿਆ ਸੀਗਾ। ਹਰ ਸਾਲ ਹੀ ਇਸ ਨੂੰ 23 ਅਕਤੂਬਰ ਨੂੰ ਹੀ ਮਨਾਇਆ ਜਾਂਦਾ ਹੈ, ਠੀਕ ਹੈ। ਕਦੋਂ ਤੋਂ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਹੋਇਆ? 2014 ਤੋਂ। ਔਰ ਇਹਨੂੰ ਤੁਸੀਂ ਯਾਦ ਰੱਖ ਲੈਣਾ ਕਿ ਕਿਉਂ ਮਨਾਇਆ ਜਾਂਦਾ ਹੈ। ਤਾਂ ਦੇਖੋ ਤੁਸੀਂ ਸੁਣਿਆ ਹੋਏਗਾ ਇਨਵਾਇਰਨਮੈਂਟ ਅਗਰ ਤੁਸੀਂ ਕੀਤਾ ਹੈ ਤਾਂ ਇੱਕ ਨਾ ਬਿਸ਼ਕੇਕ ਡੈਕਲੇਰੇਸ਼ਨ ਹੋਈ ਸੀ, ਰਾਈਟ। ਔਰ ਬਿਸ਼ਕੇਕ ਡੈਕਲੇਰੇਸ਼ਨ ਦੀ ਜਿਹੜੀ ਐਨੀਵਰਸਰੀ ਹੁੰਦੀ ਹੈ ਐਸੇ ਨੂੰ ਕਮੈਮੋਰੇਟ ਕਰਨ ਦੇ ਲਈ ਸਨੋ ਲੈਪਰਡ ਜੋ ਕਿ ਇੱਕ ਐਂਡੇਂਜਰਡ ਕੈਟੇਗਰੀ ਦੇ ਵਿੱਚ ਆਉਂਦੇ ਆ, ਠੀਕ ਹੈ, ਇਹਨਾਂ ਦੇ ਲਈ ਅਵੇਅਰਨੈਸ ਫੈਲਾਉਣ ਦੇ ਲਈ ਹੀ ਇੰਟਰਨੈਸ਼ਨਲ ਸਨੋ ਲੈਪਰਡ ਡੇ ਮਨਾਇਆ ਜਾਂਦਾ ਹੈ। ਕਿਸ ਕਿਸ ਦੇ ਲਈ? ਇੱਕ ਤਾਂ ਬਿਸ਼ਕੇਕ ਡੈਕਲੇਰੇਸ਼ਨ ਦੀ ਐਨੂਅਲ ਜੋ ਹੈ ਐਨੀਵਰਸਰੀ ਮਨਾਈ ਜਾਂਦੀ ਹੈ, ਠੀਕ ਹੈ। ਦੂਸਰੀ ਗੱਲ ਕਿ ਜੋ ਸਾਡਾ ਸਨੋ ਲੈਪਰਡ ਹੈ ਇਹ ਐਟ ਪ੍ਰੈਜ਼ੈਂਟ ਨਾ ਕਿਹੜੀ ਕੈਟੇਗਰੀ ਦੇ ਵਿੱਚ ਆਉਂਦਾ ਹੈ? ਐਂਡੇਂਜਰਡ ਕੈਟੇਗਰੀ ਦੇ ਵਿੱਚ, ਠੀਕ ਹੈ। ਤਾਂ ਇਸ ਨੂੰ ਸੰਭਾਲ ਕੇ ਕਿੱਦਾਂ ਰੱਖਿਆ ਜਾਏ, ਕੰਜ਼ਰਵ ਕੀਤਾ ਜਾਏ, ਇਸ ਲਈ ਅਵੇਅਰਨੈਸ ਫੈਲਾਈ ਜਾਂਦੀ ਹੈ ਇੰਟਰਨੈਸ਼ਨਲ ਸਨੋ ਲੈਪਰਡ ਵਾਲੇ ਦਿਨ, ਠੀਕ ਹੈ। ਹੁਣ ਦੇਖੋ ਜਿਹੜਾ ਬਿਸ਼ਕੇਕ ਡੈਕਲੇਰੇਸ਼ਨ ਹੈਗੀ ਹੈ, ਰਾਈਟ, ਇਹ ਕੀ ਚੀਜ਼ ਹੈ? ਤਾਂ ਇਹ ਨਾ ਸਨੋ ਲੈਪਰਡ ਦੇ ਨਾਲ ਹੀ ਸੰਬੰਧ ਰੱਖਦੀ ਹੈਗੀ ਹੈ। ਇਹ 2013 ਦੇ ਵਿੱਚ ਨਾ 23 ਅਕਤੂਬਰ ਨੂੰ ਹੀ 12 ਕੰਟਰੀ ਸੀ, ਇਹਨਾਂ ਦੇ ਪੋਲੀਟੀਕਲ ਲੀਡਰ ਇਕੱਠੇ ਹੋਏ ਸੀ, ਠੀਕ ਹੈ। ਔਰ ਇਹਨਾਂ ਨੇ ਮਿਲ ਕੇ ਸਨੋ ਲੈਪਰਡ ਦੀ ਕੰਜ਼ਰਵੇਸ਼ਨ ਦੇ ਲਈ ਜੋ ਹੈ ਗੱਲਬਾਤ ਕੀਤੀ ਸੀ, ਓਕੇ। ਤੇ ਇਸੇ ਕਰਕੇ ਫਿਰ ਉਸ ਤੋਂ ਬਾਅਦ ਇਹ ਸੈਲੀਬ੍ਰੇਟ ਕੀਤਾ ਜਾਣ ਲੱਗ ਗਿਆ 2014 ਤੋਂ, ਆਲਰਾਈਟ। ਜਿਹੜਾ ਇਹ ਸਨੋ ਲੈਪਰਡ ਹੁੰਦਾ ਨਾ ਟੋਟਲ 12 ਕੰਟਰੀਜ਼ ਦੇ ਅਰਾਊਂਡ ਇਹ ਪਾਇਆ ਜਾਂਦਾ ਹੈ। ਔਰ ਇਹਨਾਂ 12 ਕੰਟਰੀਜ਼ ਦੇ ਵਿੱਚ ਇੰਡੀਆ ਦਾ ਵੀ ਨਾਮ ਆਉਂਦਾ ਹੈ, ਠੀਕ ਹੈ। ਇੰਡੀਆ ਐਂਡ ਇਹਦੇ ਜਿਹੜੇ ਸਰਾਊਂਡਿੰਗ ਕੰਟਰੀਜ਼ ਹੈ ਨਾ ਇੱਥੇ ਤੁਹਾਨੂੰ ਸਨੋ ਲੈਪਰਡ ਦੇਖਣ ਨੂੰ ਮਿਲ ਜਾਣਗੇ। ਜਿਸ ਤਰ੍ਹਾਂ ਇੰਡੀਆ ਹੋ ਗਿਆ, ਪਾਕਿਸਤਾਨ, ਨੇਪਾਲ, ਭੂਟਾਨ, ਚਾਈਨਾ, ਅਫਗਾਨਿਸਤਾਨ, ਠੀਕ ਹੈ, ਔਰ ਰਸ਼ੀਆ। ਇਹ ਤਾਂ ਨੇੜੇ ਤੇੜੇ ਦੇ ਹੋ ਗਏ ਹੈ ਨਾ ਇੰਡੀਆ ਦੇ। ਉਸ ਤੋਂ ਬਾਅਦ ਆਣਗੇ ਸਾਰੇ ਦੇ ਸਾਰੇ ਸਤਾਨ ਵਾਲੇ ਏਰੀਆਜ਼। ਰੁਕੋ, ਮੰਗੋਲੀਆ, ਆਫਟਰ दैट देखो ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਾਜਿਕਿਸਤਾਨ, ਕਿਰਗਿਸਤਾਨ, ਠੀਕ ਹੈ। ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੰਡੀਆ ਉਹਨਾਂ 12 ਕੰਟਰੀਜ਼ ਦੇ ਵਿੱਚ ਆਉਂਦਾ ਹੈ ਜਿੱਥੇ ਤੁਹਾਨੂੰ ਮਿਲਣਗੇ ਜੀ ਸਨੋ ਲੈਪਰਡ, ਓਕੇ। ਹੁਣ ਇੱਥੇ ਅਸੀਂ ਦੇਖਾਂਗੇ ਹਾਲ ਹੀ ਦੇ ਵਿੱਚ ਮਨਾਏ ਗਏ ਕੁਝ ਡੇਜ਼ ਨੂੰ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਲ ਡੇ। ਮੋਲ ਡੇ ਵੀ 23 ਅਕਤੂਬਰ ਨੂੰ ਹੀ ਮਨਾਇਆ ਗਿਆ ਸੀ, ਰਾਈਟ। ਇਸ ਨੂੰ ਮਨਾਇਆ ਕਿਉਂ ਜਾਂਦਾ ਹੈ? ਤਾਂ ਦੇਖੋ ਐਵੋਗੈਡਰੋਸ ਦੇ ਜਿਹੜੇ ਨੰਬਰ ਹੁੰਦੇ ਆ ਨਾ ਇਹਨਾਂ ਨੂੰ ਕਮੈਮੋਰੇਟ ਕਰਨ ਦੇ ਲਈ ਇਹਨੂੰ ਸਵੇਰੇ 6:02 ਤੋਂ, ਇਹ ਵਾਲਾ ਇੰਪੋਰਟੈਂਟ ਰਹੇਗਾ, ਯਾਦ ਰੱਖਣਾ, ਓਕੇ। ਸਵੇਰ 6:02 ਤੋਂ ਲੈ ਕੇ ਔਰ ਸ਼ਾਮ ਨੂੰ 6:02 ਤੱਕ ਇਹਨੂੰ ਮਨਾਉਂਦੇ ਹੈਗੇ ਆ ਕਿਉਂਕਿ ਦੇਖੋ ਇਹ ਕੈਮਿਸਟਰੀ ਦੇ ਨਾਲ ਰਿਲੇਟ ਕਰਦਾ ਹੈ, ਰਾਈਟ। ਤੇ ਕੈਮਿਸਟਰੀ ਦੇ ਵਿੱਚ ਅਗਰ ਤੁਸੀਂ ਮੈਜਰਿੰਗ ਯੂਨਿਟ ਦੇਖੋਗੇ ਤਾਂ ਇਹੀ ਹੁੰਦੀ ਹੈ 6.02, ਰਾਈਟ। ਔਰ ਇਸ ਵਾਰੀ ਦਾ ਥੀਮ ਕੀ ਰੱਖਿਆ ਗਿਆ ਸੀਗਾ? ਇਸ ਦਾ ਥੀਮ ਸੀਗਾ ਡਿਸਪਿਕਾ ਮੋਲ ਮੀ, ਆਲਰਾਈਟ, ਯੈਸ। ਇਸ ਤੋਂ ਬਾਅਦ ਗੱਲ ਕਰਾਂਗੇ ਇੰਟਰਨੈਸ਼ਨਲ ਸਟਟਰਿੰਗ ਅਵੇਅਰਨੈਸ ਡੇ। ਇਹ 22 ਅਕਤੂਬਰ ਨੂੰ ਮਨਾਇਆ ਗਿਆ, ਠੀਕ ਹੈ। ਸਟਟਰਿੰਗ ਕੀ ਹੁੰਦਾ ਹੈ? ਦੇਖੋ ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਏਗਾ ਜਦੋਂ ਉਹ ਬੋਲਣਾ ਚਾਹੁੰਦੇ ਹੈ ਤਾਂ ਉਹਨਾਂ ਦਾ ਜੋ ਫੰਬਲ ਬਹੁਤ ਜ਼ਿਆਦਾ ਹੁੰਦਾ ਹੈ ਨਾ, ਇੱਕ ਹੀ ਵਰਡ ਨੂੰ ਉਹ ਵਾਰ-ਵਾਰ ਜਿੱਦਾਂ ਕ ਕਿਰਨ, ਰਾਈਟ, ਯੈਸ, ਸ਼ਾਹਰੁਖ ਖਾਨ, ਹੈ ਨਾ। ਤਾਂ ਇਹ ਸਟਟਰਿੰਗ ਪ੍ਰੋਬਲਮ ਹੀ ਹੁੰਦੀ ਹੈ, ਠੀਕ ਹੈ। ਤਾਂ ਇਸ ਦੀ ਅਵੇਅਰਨੈਸ ਦੇ ਲਈ ਹਰ ਸਾਲ 22 ਅਕਤੂਬਰ ਨੂੰ ਮਨਾਇਆ ਜਾਂਦਾ ਆ ਇੰਟਰਨੈਸ਼ਨਲ ਸਟਟਰਿੰਗ ਡੇ, ਆਲਰਾਈਟ। ਔਰ ਇਹਨੂੰ ਤੁਸੀਂ 22 ਤੋਂ ਯਾਦ ਰੱਖ ਲੈਣਾ ਕਿ 22 ਜੀ ਤੁਸੀਂ ਸਟਟਰ ਕਿਉਂ ਕਰ ਰਹੇ ਹੋ, ਓਕੇ। ਔਰ ਇਹਨੂੰ ਕਦੋਂ ਤੋਂ ਮਨਾਇਆ ਜਾਣ ਲੱਗਿਆ? 1998 ਤੋਂ ਇਹਨੂੰ ਮਨਾਇਆ ਜਾ ਰਿਹਾ ਹੈ ਤਾਂ ਕਿ ਪਬਲਿਕ ਦੇ ਵਿੱਚ ਅਵੇਅਰਨੈਸ ਫੈਲਾਈ ਜਾ ਸਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦਾ ਨਾ ਸਪੀਚ ਡਿਸਆਰਡਰ ਹੈਗਾ ਆ, ਸਟਟਰਿੰਗ ਹੋ ਗਿਆ ਜਾਂ ਫਿਰ ਇਹਨੂੰ ਆਪਾਂ ਸਟੈਮਰਿੰਗ ਵੀ ਬੋਲ ਦਿੰਦੇ ਆ, ਠੀਕ ਹੈ। ਤਾਂ ਇਸ ਵਾਰੀ ਦਾ ਥੀਮ ਰੱਖਿਆ ਗਿਆ ਸਪੀਕ ਦ ਚੇਂਜ ਯੂ ਵਿਸ਼ ਟੂ ਸੀ, ਠੀਕ ਹੈ, ਸਪੀਕ ਦ ਚੇਂਜ ਯੂ ਵਿਸ਼ ਟੂ ਸੀ, ਓਕੇ। ਆਫਟਰ दैट ਇੰਟਰਨੈਸ਼ਨਲ ਪੁਲਿਸ ਕਮੈਮੋਰੇਸ਼ਨ ਡੇ, ਇਹਨੂੰ ਮਨਾਇਆ ਜਾਂਦਾ ਹੈ 21 ਅਕਤੂਬਰ ਨੂੰ, ਰਾਈਟ। ਹੁਣ ਇਹ ਕਿਉਂ ਮਨਾਉਂਦੇ ਆ? ਦੇਖੋ ਇਹ ਵਾਲਾ ਦਿਨ ਨਾ ਇੰਟਰਨੈਸ਼ਨਲ ਨਹੀਂ ਹੈ, दैट इज ਨੈਸ਼ਨਲ ਪੁਲਿਸ ਕਮੈਮੋਰੇਸ਼ਨ, ਠੀਕ ਹੈ। ਤਾਂ ਇਹ 1959 ਤੋਂ ਹੀ ਲਗਾਤਾਰ ਮਨਾਇਆ ਜਾ ਰਿਹਾ ਹੈ। ਇਹ ਉਹਨਾਂ 20 ਸੋਲਜਰਸ ਨੂੰ ਕਮੈਮੋਰੇਟ ਕਰਨ ਦੇ ਲਈ ਮਨਾਇਆ ਜਾਂਦਾ ਹੈ ਜਿਨ੍ਹਾਂ ਦੇ ਉੱਪਰ ਨਾ ਇੰਡੀਆ ਦੇ ਸੋਲਜਰ ਸੀਗੇ ਜਿਨ੍ਹਾਂ ਦੇ ਉੱਪਰ ਚਾਈਨੀਜ਼ ਟਰੂਪ ਨੇ ਲੱਦਾਖ ਦੇ ਵਿੱਚ ਅਟੈਕ ਕੀਤਾ ਸੀਗਾ। ਔਰ 10 ਸੋਲਜਰ ਜੋ ਹੈਗੇ ਆ ਇਹ ਉਸੇ ਟਾਈਮ ਇਹਨਾਂ ਦੀ ਡੈਥ ਹੋ ਗਈ ਸੀ ਔਰ 7 ਨੂੰ ਇੰਪ੍ਰਿਜ਼ਨ ਕਰ ਲਿਆ ਗਿਆ ਸੀ, ਠੀਕ ਹੈ। ਤਾਂ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਜੋ ਹੈ ਨੈਸ਼ਨਲ ਪੁਲਿਸ ਕਮੈਮੋਰੇਸ਼ਨ ਡੇ
हर साल 21 अक्टूबर ਨੂੰ ਮਨਾਉਂਦੇ ਆ। ਓਕੇ, ਆਫਟਰ ਦੈਟ ਵਰਲਡ ਸਟੈਟਿਸਟਿਕਸ ਡੇ ਇਹ ਮਨਾਇਆ ਜਾਂਦਾ ਹੈਗਾ ਆ 20 ਅਕਤੂਬਰ। ਆਲਰਾਈਟ, ਔਰ ਇਹਨੂੰ ਨਾ ਆਫੀਸ਼ੀਅਲ ਸਟੈਟਿਸਟਿਕ ਦੇ ਫੰਡਾਮੈਂਟਲ ਪਾਲਿਸੀਜ਼ ਦੀਆਂ ਅਚੀਵਮੈਂਟ ਨੂੰ ਹਾਈਲਾਈਟਸ ਕਰਨ ਲਈ ਮਨਾਇਆ ਜਾਂਦਾ ਹੈ। ਓਕੇ, ਦੈਨ ਵਰਲਡ ਆਸਟੀਓਪੋਰੋਸਿਸ ਡੇ ਇਹ ਹੁੰਦਾ ਆ 20 ਅਕਤੂਬਰ ਨੂੰ। ਓਕੇ, ਇਹਦੇ ਵਿੱਚ ਅਵੇਅਰਨੈਸ ਕਿਸ ਚੀਜ਼ ਬਾਰੇ ਦਿੱਤੀ ਜਾਂਦੀ ਹੈ? ਦੇਖੋ, ਜਿਹੜੀ ਆਸਟੀਓਪੋਰੋਸਿਸ ਹੈ ਨਾ ਇਹ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਬਿਮਾਰੀ ਹੁੰਦੀ ਹੈ। ਠੀਕ ਹੈ, ਇਹ ਬਿਮਾਰੀ ਕਿੱਦਾਂ ਦੀ ਬਿਮਾਰੀ ਹੈ? ਇਸ ਨੂੰ ਬੋਲਿਆ ਜਾਂਦਾ ਹੈ ਮੈਟਾਬੋਲਿਕ ਬੋਨ ਡਿਜ਼ੀਜ਼। ਆਲਰਾਈਟ, ਯਾਨੀ ਕਿ ਇਹਦੇ ਵਿੱਚ ਕੀ ਹੁੰਦਾ ਆ ਕਿ ਬੰਦੇ ਦੀਆਂ ਜੋ ਹੱਡੀਆਂ ਹੁੰਦੀਆਂ ਇੰਨੀਆਂ ਜ਼ਿਆਦਾ ਕਮਜ਼ੋਰ ਹੋ ਜਾਂਦੀਆਂ ਮੈਂ ਕਿ ਨਾ ਬੜੀ ਈਜ਼ਲੀ ਬ੍ਰੇਕ ਹੋ ਜਾਂਦੀਆਂ। ਯਾਨੀ ਕਿ ਮੰਨ ਲਓ ਛੋਟੀ ਜਿਹੀ ਜਗ੍ਹਾ ਤੋਂ ਤੁਸੀਂ ਹਲਕਾ ਜਿਹਾ ਵੀ ਗਿਰ ਗਏ, ਜਾਂ ਫਿਰ ਈਵਨ ਤੁਸੀਂ ਦੇਖੋ ਅਗਰ ਤੁਸੀਂ ਛਿੱਕ ਵੀ ਮਾਰੀ ਹੈ ਨਾ ਤੇ ਉਹਦੇ ਨਾਲ ਵੀ ਯਾਨੀ ਸਨੀਜ਼ ਕਰਨ ਦੇ ਨਾਲ ਵੀ ਉਸ ਪਰਸਨ ਦੀਆਂ ਹੱਡੀਆਂ ਟੁੱਟ ਜਾਂਦੀਆਂ ਅਗਰ ਉਹਨੂੰ ਆਸਟੀਓਪੋਰੋਸਿਸ ਨਾਮ ਦੀ ਬਿਮਾਰੀ ਹੋਏਗੀ। ਠੀਕ ਹੈ, ਤੇ 20 ਅਕਤੂਬਰ ਨੂੰ ਇਸ ਨੂੰ ਮਨਾਇਆ ਜਾਂਦਾ ਹੈ। ਰਾਈਟ, ਔਰ ਇਹਦੇ ਵਿੱਚ ਨਾ ਅਵੇਅਰਨੈਸ ਫੈਲਾਈ ਜਾਂਦੀ ਹੈ ਕਿ ਆਸਟੀਓਪੋਰੋਸਿਸ ਤੋਂ ਪ੍ਰੀਵੈਂਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ ਔਰ ਇਹਦਾ ਟ੍ਰੀਟਮੈਂਟ ਕਿਸ ਤਰ੍ਹਾਂ ਲਿਆ ਜਾ ਸਕਦਾ ਹੈ। ਠੀਕ ਹੈ, ਤਾਂ ਇਹਦਾ ਯਾਦ ਰੱਖੋਗੇ ਤੁਸੀਂ ਆਸਟੀਓਪੋਰੋਸਿਸ ਡੇ 20 ਅਕਤੂਬਰ। ਓਕੇ, yes, question number 5, Dame Sandra Mason has been elected as the first ever president of which country? देखो कितना ज़्यादा इंपॉर्टेंट क्वेश्चन है कि उस देश का नाम दसो जिस दे पहली बार प्रेसिडेंट कोई बने है, यानी हुण तो पहला उन्हां दा कोई भी प्रेसिडेंट नहीं होया। ठीक है, नाम की है डेम सैंड्रा मैसन। इन्हां नूं किहड़ी कंट्री दे विच एज अ प्रेसिडेंट चुनिया गया? तो याद रखोगे बारबाडोस। ओके, बहुत ही ज़्यादा इंपॉर्टेंट क्वेश्चन रहेगा। राइट, ਜਿਹੜਾ ਬਾਰਬਾਡੋਸ ਹੈ ਨਾ ਇਹਨਾਂ ਨੇ ਆਪਣੇ ਪਹਿਲੇ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਚੁਣਿਆ ਹੈਗਾ ਆ। ਰਾਈਟ, ਕਿਸ ਲਈ? ਕਿਉਂਕਿ ਇਹ ਜਲਦੀ ਹੀ ਹੁਣ ਰਿਪਬਲਿਕ ਹੋਣ ਦੀ ਤਿਆਰੀ ਕਰਦੇ ਪਏ ਨੇ। ਠੀਕ ਹੈ, ਰਿਪਬਲਿਕ ਹੋਣ ਦੀ ਤਿਆਰੀ ਮਤਲਬ ਇਹ ਆਜ਼ਾਦ ਤਾਂ ਪਹਿਲਾਂ ਹੀ ਹੈਗੇ ਨੇ ਬਟ ਇਹਨਾਂ ਨੇ ਆਪਣੇ ਆਪ ਨੂੰ ਰਿਪਬਲਿਕ ਘੋਸ਼ਿਤ ਨਹੀਂ ਕੀਤਾ ਹੋਇਆ ਸੀ। ਠੀਕ ਹੈ, ਤਾਂ ਇੱਥੇ ਫਿਰ 72 ਈਅਰ 올ਡ ਡੇਮ ਸੈਂਡਰਾ ਮੈਸਨ ਇਹਨਾਂ ਨੂੰ ਹੁਣ ਚੁਣਿਆ ਗਿਆ ਜੀ। ਠੀਕ ਹੈ, ਔਰ ਇਹ 30 ਨਵੰਬਰ ਨੂੰ ਐਜ਼ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਨਾ ਆਪਣੀ ਸਹੁੰ ਖਾਣਗੇ। ਆਲਰਾਈਟ, ਐਂਡ ਐਸੇ ਦਿਨ ਹੀ ਹੁਣ ਦੇਖੋ ਇਹਨਾਂ ਨੂੰ ਹੁਣੇ ਕਿਉਂ ਨਹੀਂ ਸਹੁੰ ਚੁਕਾਈ ਗਈ, ਕਿਉਂ 30 ਨਵੰਬਰ ਦਾ ਡੇ ਰੱਖਿਆ ਗਿਆ? ਤਾਂ ਦੇਖੋ 30 ਨਵੰਬਰ ਉਹੀ ਦਿਨ ਹੈ ਜਿਸ ਦਿਨ ਬਾਰਬਾਡੋਸ ਜੋ ਹੈ ਨਾ ਇਹ ਬ੍ਰਿਟੇਨ ਤੋਂ ਆਜ਼ਾਦ ਹੋਇਆ ਸੀ। ਓਕੇ, ਔਰ ਇਹਨੂੰ ਆਜ਼ਾਦ ਹੋਏ ਟੋਟਲ 55 ਈਅਰਸ ਹੋ ਜਾਣੇ ਆ, ਯਾਨੀ 55 ਸਾਲ ਹੋ ਗਏ ਇਹਨੂੰ ਆਜ਼ਾਦ ਹੋਏ ਬਟ ਹਾਲੇ ਤੱਕ ਆਪਣੇ ਆਪ ਨੂੰ ਇਹਨੇ ਰਿਪਬਲਿਕ ਹੀ ਨਹੀਂ ਘੋਸ਼ਿਤ ਕੀਤਾ ਸੀ। ਠੀਕ ਹੈ, और जो डेम है ना ये 2018 तो ही बारबाडोस की जो कोर्ट ऑफ अपील है इस दे विच गवर्नर जनरल बने हुए ने। ओके, इत्थे हुणे ही प्रेसिडेंशियल इलैक्शन करवाए गए सी। ओके, और बारबाडोस जो है ना एक कैरेबियन आइलैंड की एक कंट्री है। ठीक है, जो कि नदਰਨ कॉन्टीनेंट दे विच लोकेटेड है। ऑलराइट, और अगर तुसी गल करोगे ये जो कैरेबियन आइलैंड है ना इहदे विचों रिपब्लिक होने वाली कोई पहली ब्रिटिश कॉलोनी नहीं हैगी। इहदे तो पहला ਗਿਆਨਾ ने 1970 ਦੇ ਵਿੱਚ ਰਿਪਬਲਿਕ ਹੋਣ ਦੀ ਅਨਾਉਂਸਮੈਂਟ ਕੀਤੀ ਸੀ। ਓਕੇ, ਆਫਟਰ ਦੈਟ ਟੋਬੈਕੋ ਐਂਡ ਤ੍ਰਿਨੀਡੈਡ ਇਹਨਾਂ ਨੇ 1976 ਦੇ ਵਿੱਚ ਐਂਡ ਡੋਮਿਨਿਕਾ ਨੇ 1978 ਦੇ ਵਿੱਚ ਖੁਦ ਨੂੰ ਰਿਪਬਲਿਕ ਘੋਸ਼ਿਤ ਕੀਤਾ ਸੀ। ਓਕੇ, ਹੁਣ ਇੱਥੇ ਗੱਲ ਕਰ ਰਿਹਾ ਸੀ ਬਾਰਬਾਡੋਸ ਦੀ, ਤਾਂ ਇਸ ਦੀ ਜੋ ਕੈਪੀਟਲ ਹੈ ਦੇਖੋ ਇਹ ਵਾਲੀਆਂ ਜੋ ਹੁੰਦੀਆਂ ਨਾ ਕੰਟਰੀਜ਼ ਇਹ ਜ਼ਿਆਦਾਤਰ ਨਿਊਜ਼ ਦੇ ਵਿੱਚ ਆਉਂਦੀਆਂ ਨਹੀਂ ਬਟ ਜਦੋਂ ਆਉਂਦੀਆਂ ਤਾਂ ਫਿਰ ਪੇਪਰ ਵਿੱਚ ਵੀ ਜ਼ਰੂਰ ਆਉਂਦੀਆਂ। ਠੀਕ ਹੈ, ਇਸ ਲਈ ਜ਼ਰਾ याद रखना है तुसी ब्रिज टाउन नाम दी इनकी कैपिटल हैगी है। ठीक है, और मैं ऊपर लिख रही हाँ इसके कैपिटल सॉरी इसके PM का नेम। ठीक है, ये कौन हो जाएंगे? मिया मोटले। ऑलराइट, आफ्टर दैट इनकी करंसी केड़ी हैगी है? डॉलर। ओके, यस, हुण देखते हैं रीसेंटली हुई कुछ अपॉइंटमेंट्स के बारे दे विच। तां नॉर्वे ने नवे प्राइम मिनिस्टर बनाया है किन्हां नूं? जोनस गाहर नूं। ओके, ਇਹ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਆ? ਲੇਬਰ ਪਾਰਟੀ ਤੋਂ। ਔਰ ਇਹਨਾਂ ਨੇ 14 ਅਕਤੂਬਰ ਨੂੰ ਹੀ ਆਪਣਾ ਚਾਰਜ ਸੰਭਾਲਿਆ ਆ ਔਰ ਸੈਪਟੈਂਬਰ ਦੇ ਵਿੱਚ ਇਹਨਾਂ ਨੇ ਜਿਹੜੇ ਪਾਰਲੀਮੈਂਟਰੀ ਇਲੈਕਸ਼ਨਸ ਹੋਏ ਸੀ ਨਾ ਨਾਰਵੇ ਦੇ ਵਿੱਚ ਇਹਨਾਂ ਨੂੰ ਜਿੱਤਿਆ ਸੀਗਾ। ਓਕੇ, ਔਰ ਦੇਖੋ ਇਹਦੇ ਵਿੱਚ ਹੀ ਹਾਰੇ ਕੌਣ ਸੀਗੇ? ਇੱਥੇ ਪਹਿਲਾਂ PM ਕੌਣ ਹੁੰਦੇ ਸੀ? ਐਰਨਾ ਸੋਲਬਰਗ। ਠੀਕ ਹੈ, ਤੇ ਜਦੋਂ ਫਿਰ ਇਹ ਹਾਰ ਗਏ ਤਾਂ ਇਹਨਾਂ ਨੇ ਫਿਰ ਸਟੈਪ ਡਾਊਨ ਕੀਤਾ ਤੇ ਉਸ ਤੋਂ ਬਾਅਦ ਹੁਣ ਜਿਹੜੇ ਜੋਨਸ ਗਾਹਰ ਹੈਗੇ ਆ ਇਹ ਬਣ ਗਏ ਨੇ ਨਾਰਵੇ ਦੇ ਪ੍ਰਾਈਮ ਮਿਨਿਸਟਰ। ਓਕੇ, ਦੈਨ ਇੰਟਰਨੈਸ਼ਨਲ ਐਨਰਜੀ ਏਜੰਸੀ ਇਹਨਾਂ ਨੇ ਨਾ ਇੰਡੀਆ ਨੂੰ ਇਨਵਾਈਟ ਕੀਤਾ ਹੈ ਕਿ ਤੁਸੀਂ ਨਾ ਸਾਡੇ ਫੁੱਲ ਟਰਮ ਮੈਂਬਰ ਬਣੋ। ਆਲਰਾਈਟ, ਤਾਂ ਇੰਡੀਆ ਜੋ ਹੈ ਤੁਹਾਨੂੰ ਪਤਾ ਹੋਏਗਾ ਕਿ ਪੂਰੇ ਵਰਲਡ ਦੇ ਵਿੱਚ ਤੀਸਰੀ ਲਾਰਜੈਸਟ એનર્ਜੀ ਕੰਜ਼ਿਊਮਰ ਹੈ। ਠੀਕ ਹੈ,
पर जेकर असी इंडिया मान लो इस प्रपोजल नू एक्सैप्ट कर लैंदा है, ठीक है, तैनू की करना पेगा, इनू अपने ऑयल रिजर्व नू 90 डेज तक दी रिक्वायरमेंट दे नाल मीट भी करना पऊगा। ओके, तो फिर उस तो बाद फिर ये इंटरनैशनल एनर्जी एजेंसी का फुल टाइम मैंबर बन जाएगा। ओके, अगर असी इंडिया दे विच ऑयल मिनिस्टर की गल करिए तो ये कौन है जी, हरदीप पुरी, ठीक है। और इस टाइम IEA यानी कि इंटरनैशनल एनर्जी एजेंसी दे विच कितनियां कंट्रीज एज मैंबर हैगी है, 30 कंट्रीज, राइट। और इसका जो हैडक्वार्टर है ये तुहानू पेरिस दे विच मिलेगा। ओके, आफ्टर दैट अलेक्जेंडर सेशनबर्ग ये न्यू चांसलर बने ने ऑस्ट्रिया दे, इट इज ऑस्ट्रिया नॉट ऑस्ट्रेलिया। ओके, तो देखो इत्थे ना रिजाइन किया गया पहला चांसलर तो, किहड़े चांसलर हैगे जिन्हां ने रिजाइन किया सी, एस कुर्ज। ओके, इन्होंने कहा मेरे ते कर्जा बहुत हो गया इसलिए मैं रिजाइन कर रहा, ठीक है। तो एस कुर्ज जो है इन्होंने कर दिता रिजाइन और इन्हों तो बाद नवे चांसलर बन गए अलेक्जेंडर। ओके, और इन्होंने रिजाइन किया क्यों, कर्ज ने, देखो इन्हों के उपर ना करप्शन के चार्जिस लगे सी, एक स्कैंडल होया जिस दे विच इन्हों इनवॉल्व मन्निया गया। ऑलराइट, इसे करके फिर इन्हों रेजिग्नेशन देना पिया, राइट। और ऑस्ट्रिया की अगर असी कैपिटल देखांगे तो किहड़ी है जी, वियना। ऑलराइट, एंड करेंसी हो जाएगी यूरो। ओके, दैन अबी अहमद जो है इन्होंने ओथ लई इथोपिया के प्राइम मिनिस्टर के तौर के उपर, ताकि इथोपिया का प्राइम मिनिस्टर पहला कोई होर सी, बिल्कुल भी नहीं, पहला भी यही सीगे, हुण इन्होंने दूसरी टर्म के लिए भी एज प्राइम मिनिस्टर इत्थे ओथ लई है। ऑलराइट, इथोपिया की कैपिटल किहड़ी हैगी है, एडिस अबाबा, करेंसी रहेगी बिर। ओके, हाँ जी। नैक्सट, फर्स्ट फीमेल PM, वेरी इंपॉर्टेंट क्वेश्चन, ट्यूनीशिया दे पहले PM बने ने, ये कौन है ने, नजला बॉर्डन, ठीक है। ये याद रखना है, ना जला भी तू ना ट्यून दे विच गा गा के मैनू जला ना, मैनू भी गाना आंदा है, ठीक है। तो ट्यूनीशिया दे जिहड़े PM बने ने नजला बॉर्डन बने हैं। ऑलराइट, ईवन ये सिर्फ ट्यूनीशिया की गल नहीं है, बल्कि ये पहले इदां दे फीमेल PM बने जो कि पूरे अरब वर्ल्ड दे विच फर्स्ट फीमेल PM होंगे। ओके, एंड 2011 तो ये ट्यूनीशिया दे विच एजुकेशन मिनिस्टर बने हुए सीगे। ऑलराइट, हुण असीं ट्यूनीशिया के प्रेसिडेंट देख लैंदे आ, इन्हां दा नाम की रहेगा, काइस सैयद, ठीक है। और इनकी जो कैपिटल है ये याद करना बहुत ईजी है, ट्यूनिश इज द कैपिटल, एंड करेंसी किहड़ी रहेगी जी, दिनार। ओके, क्वेश्चन नंबर 6, हु हैज लॉन्च्ड सोशल मीडिया प्लेटफॉर्म ट्रूथ सोल्जर। तो इत्थे उस पर्सन का नाम पूछा गया जिन्होंने ने एक सोशल मीडिया प्लेटफॉर्म नू लॉन्च किया है, नाम की रहेगा, ट्रूथ सोशल, ठीक है। तो ये जो है ना स्टार्ट करने वाले हो जाएंगे कौन जी, डोनाल्ड ट्रंप, राइट। तुहानू पता ही है USA के फॉर्मर प्रेसिडेंट रह चुके हैं, है ना, डोनाल्ड ट्रंप। इन्होंने ही ट्रूथ सोशल नाम का जो प्लेटफॉर्म है ना इनू स्टार्ट करना है। ओके, ट्रंप ने अनाउंस किया, इन्होंने बोला है कि ये जो प्लेटफॉर्म है सोशल मीडिया इनू नैक्सट ईयर के स्टार्टिंग दे विच लॉन्च कर दिता जाऊगा। और यह किंदा किंदा जॉइंट रहूगा प्रोडक्ट, ट्रंप मीडिया एंड टैक्नोलॉजी ग्रुप ऐदा ही प्रोडक्ट रहेगा। ओके, तो जिहड़े ट्रंप है तुहानू पता होना है कि इसे साल ही इन्होंने ट्विटर एंड फेसबुक दोनों ने ही बैन करता सीगा, है ना। तो ऐसे ते ही प्रतिक्रिया दिंदे हुए फिर इन्होंने क्या है कि ना जिहड़ियां ये दोनों कंपनीज हैगियां, किहड़ियां ट्विटर एंड फेसबुक, राइट, इन्हां दोनों नू हुणे टक्कर देना चाहते हैं। ऐसे करके फिर इन्होंने बोलिया कि हुण ये अपना खुद का एक सोशल मीडिया प्लेटफॉर्म लैके आएंगे, ट्रूथ सोशल के नाम के उपर। ऑलराइट, तो ये जो है ना इस तरह का प्लेटफॉर्म बनाना चाहते हैं कि जिस दे नाल फेसबुक और ट्विटर नू टक्कर दी जा सके। तो यह तो हुण आने वाले टाइम के ही पता चलेगा, है ना, कि कितना क सफल होंगे ने। हुण देखते हैं कुछ सोशल मीडिया न्यूज़ के बारे दे विच। तो जो ट्विटर है इन्होंने लॉन्च किया एक नवा फीचर, सुपर फॉलोज। ओके, तो ये जो है ना कि अलाउ करेगा कि जेडे भी क्रिएटर्स होंगे ये अपने सब्सक्रिप्शन नू सेल कर सकेंगे, ताकि स्पेशल कंटेंट जो है इसनू एक्सेस किया जा सके। ऑलराइट, आफ्टर दैट फेसबुक ने लॉन्च किया क्रिएटर एजुकेशन एंड एनेबलमेंट प्रोग्राम, केड़ी कंट्री दे विच जी, इंडिया दे विच। ओके, और ये जो है ना ये हेल्प करेगा कंटेंट क्रिएटर जिहड़े हुंदे ने इन्हां लर्न करन दे विच, अर्न करन दे विच और ग्रो करन विच। ओके, आफ्टर दैट फेसबुक इंडिया इन्होंने लॉन्च किया स्मॉल बिजनेस लोन इनिशिएटिव,
ਬਿਕਾਜ਼ ਜੋ ਫੇਸਬੁੱਕ ਹੈ ਇਹਨੇ ਕੀ ਪਾਇਆ ਹੈ ਕਿ ਜਿਹੜੇ ਛੋਟੇ ਬਿਜ਼ਨਸ ਹੁੰਦੇ ਆ ਉਹਨਾਂ ਦੇ ਲਈ ਨਾ ਜਿਹੜੀ ਲਿਕੁਇਡਿਟੀ ਦੀ ਸਮੱਸਿਆ ਯਾਨੀ ਪੈਸੇ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈਗੀ ਹੈ। ਆਲਰਾਈਟ ਇਸੇ ਕਰਕੇ ਫਿਰ ਇਹਨਾਂ ਨੇ ਸਟਾਰਟ ਕੀਤਾ ਹੈ ਤੇ ਇਹਨਾਂ ਨੇ ਬੋਲਿਆ ਕਿ ਇਹ ਈਜ਼ੀਲੀ ਲੋਨ ਅਵੇਲ ਕਰਵਾਉਣਗੇ ਇਹਨਾਂ ਛੋਟੇ ਛੋਟੇ ਬਿਜ਼ਨਸਮੈਨ ਨੂੰ। ਓਕੇ, ਆਫਟਰ दैट ਟਵਿੱਟਰ ਨੇ ਸ਼ਟ ਡਾਊਨ ਕਰਤਾ ਯਾਨੀ ਬੰਦ ਕਰ ਦਿੱਤਾ ਫਲੀਟਸ ਨਾਮ ਦੀ ਇੱਕ ਸਰਵਿਸ ਨੂੰ। ਕਿਸ ਲਈ? ਬਿਕਾਜ਼ ਇਹਨਾਂ ਨੇ ਬੋਲਿਆ ਕਿ ਜੋ ਫਲੀਟ ਹੈ ਨਾ ਇਹਦੇ ਜ਼ਿਆਦਾ ਯੂਜ਼ਰ ਜੋ ਹੈਗੇ ਨੇ ਇਹ ਸਾਡੇ ਕੋਲ ਆ ਹੀ ਨਹੀਂ ਰਹੇ ਸੀ, ਠੀਕ ਹੈ, ਤੇ ਸਾਨੂੰ ਘਾਟਾ ਹੋ ਰਿਹਾ ਸੀ, ਇਸ ਲਈ ਇਹਨੂੰ ਬੰਦ ਕੀਤਾ ਗਿਆ। ਤੇ ਫਲੀਟ ਹੈ ਕਿ ਜਿਸ ਤਰ੍ਹਾਂ ਇੰਸਟਾਗ੍ਰਾਮ ਦੇ ਉੱਪਰ ਸਟੋਰੀਜ਼ ਦਾ ਫੀਚਰ ਹੁੰਦਾ ਨਾ ਡਿਸਅਪੀਅਰਿੰਗ ਸਟੋਰੀਜ਼ ਦਾ, ਬਿਲਕੁਲ ਸਿੰਪਲੀ ਐਸੇ ਤਰ੍ਹਾਂ ਹੀ ਫਲੀਟਸ ਦੇ ਉੱਪਰ ਵੀ ਡਿਸਅਪੀਅਰਿੰਗ ਸਟੋਰੀਜ਼ ਜੋ ਹੈ ਇਹ ਫੀਚਰ ਹੁੰਦੀਆਂ ਸੀਗੀਆਂ। ਓਕੇ, ਆਫਟਰ दैट ਫੇਸਬੁੱਕ ਨੇ ਬੈਨ ਕਰ ਦਿੱਤਾ ਹੈ ਤਾਲਿਬਾਨ ਨੂੰ ਸਪੋਰਟ ਕਰਨ ਵਾਲੇ ਹਰ ਤਰ੍ਹਾਂ ਦੇ ਕੰਟੈਂਟ ਨੂੰ, ਠੀਕ ਹੈ। ਤਾਂ ਤਾਲਿਬਾਨ ਨੂੰ ਇਹਨਾਂ ਨੇ ਬੋਲਿਆ ਕਿ ਇੱਕ ਟੈਰਰਿਸਟ ਗਰੁੱਪ ਹੈ। ਆਲਰਾਈਟ, ਔਰ ਤਾਲਿਬਾਨ ਨੇ ਇਸ ਟਾਈਮ ਕਿਹੜੀ ਕੰਟਰੀ ਦੇ ਉੱਪਰ ਕਬਜ਼ਾ ਕੀਤਾ ਹੋਇਆ? ਅਫਗਾਨਿਸਤਾਨ ਦੇ ਉੱਪਰ, ਠੀਕ ਹੈ। ਆਫਟਰ दैट ਬਾਂਗਲਾਦੇਸ਼ ਨੇ ਲਾਂਚ ਕੀਤੇ ਹੈ ਆਪਣੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮਸ। ਓਕੇ, ਪਹਿਲੇ ਦਾ ਨਾਮ ਹੈਗਾ ਜੋਗਾਜੋਂਗ ਔਰ ਜੋਗਾਜੋਂਗ ਆਲਟਰਨੇਟਿਵ ਰਹੇਗਾ ਫੇਸਬੁੱਕ ਦਾ। ਓਕੇ, ਦੂਸਰਾ ਹੈ ਐਲਾਪੋਨ। ਐਲਾਪੋਨ ਨੂੰ ਇਹਨਾਂ ਨੇ WhatsApp ਨੂੰ ਟੱਕਰ ਦੇਣ ਦੇ ਲਈ ਸਟਾਰਟ ਕੀਤਾ। ਆਲਰਾਈਟ, ਕੁਐਸਚਨ ਨੰਬਰ 7, India and which countries has decided to form a Quad Economic Forum? ਇੰਡੀਆ ਨੇ ਕਿਹੜੇ ਦੇਸ਼ਾਂ ਦੇ ਨਾਲ ਮਿਲ ਕੇ ਅਨਾਉਂਸ ਕੀਤਾ ਹੈ ਕਿ ਇੱਕ ਕੁਆਡ ਗਰੁੱਪ ਬਣਾਉਣਗੇ ਇਕਨੋਮਿਕ ਫੋਰਮ ਦਾ, ਠੀਕ ਹੈ। ਤੇ ਇਸ ਦਾ ਆਨਸਰ ਹੈਗਾ ਆਲ ਆਫ ਦਾ ਅਬਵ, ਯਾਨੀ ਕਿ ਇੰਡੀਆ, US, ਇਜ਼ਰਾइल ਐਂਡ UAE ਇਹਨਾਂ ਨੇ ਮਿਲਾ ਕੇ ਬਣਾਉਣਾ ਆ ਕੁਆਡ ਇਕਨੋਮਿਕ ਫੋਰਮ ਨੂੰ। ਆਲਰਾਈਟ, ਔਰ ਇਹਨਾਂ ਨੇ ਡਿਸਾਈਡ ਕੀ ਕੀਤਾ ਹੈਗਾ ਆ, ਇਹਨਾਂ ਨੇ ਬੋਲਿਆ ਕਿ ਜਲਦੀ ਹੀ ਐਸ ਕੁਆਡ ਗਰੁੱਪ ਨੂੰ ਇਹ ਲਾਂਚ ਵੀ ਕਰ ਦੇਣਗੇ। ਆਲਰਾਈਟ, ਅਗਰ ਤੁਸੀਂ ਲਾਸਟ ਈਅਰ ਦੀ ਗੱਲ ਕਰਦੇ ਹੋ ਤਾਂ ਲਾਸਟ ਈਅਰ ਇੱਕ ਨਿਊਜ਼ ਬੜੇ ਹੀ ਜ਼ਿਆਦਾ ਜੋ ਹੈ ਸੁਰਖੀਆਂ ਦੇ ਵਿੱਚ ਰਹੀ ਸੀ, ਅਬਰਾਹਮ ਅਕੋਰਡ, ਠੀਕ ਹੈ। ਅਗਰ ਤੁਹਾਨੂੰ ਨਹੀਂ ਪਤਾ ਤਾਂ ਇਹਨੂੰ ਗੂਗਲ ਜ਼ਰੂਰ ਕਰਨਾ, ਠੀਕ ਹੈ। ਤਾਂ ਅਬਰਾਹਮ ਅਕੋਰਡ ਜੋ ਹੈ ਇਹ US, ਇਜ਼ਰਾइल ਐਂਡ UAE ਵੱਲੋਂ ਸਾਈਨ ਕੀਤਾ ਗਿਆ ਸੀ। ਓਕੇ, ਔਰ ਹੁਣ ਇਹਨਾਂ ਤਿੰਨਾਂ ਦੇ ਵਿੱਚ ਸਹਿਯੋਗ ਚੱਲ ਰਿਹਾ ਹੈਗਾ ਆ। ਓਕੇ, ਇਸ ਤੋਂ ਬਾਅਦ ਹੀ ਹੁਣੇ ਇੰਡੀਆ ਦੇ ਨਾਲ ਮਿਲ ਕੇ ਇੱਕ ਕੁਆਡ ਗਰੁੱਪ ਨੂੰ ਵੀ ਫਾਰਮ ਕਰਨ ਜਾ ਰਹੇ ਹੈਗੇ ਆ। ਔਰ ਇਹ ਜੋ ਕੁਆਡ ਗਰੁੱਪ ਹੈਗਾ ਨਾ ਇੱਕ ਇੰਟਰਨੈਸ਼ਨਲ ਫੋਰਮ ਦਾ ਵੀ ਗਠਨ ਕਰੇਗਾ ਜਿਸ ਦੇ ਨਾਲ ਇਹ ਆਪਸ ਦੇ ਵਿੱਚ ਇਕਨੋਮਿਕ ਕੋਆਪਰੇਸ਼ਨ ਕਰ ਸਕਣਗੇ। ਰਾਈਟ, ਔਰ ਅਲੱਗ-ਅਲੱਗ ਟਾਈਮ ਦੇ ਉੱਪਰ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਨੂੰ ਵੀ ਐਕਸਪੈਂਡ ਕੀਤਾ ਜਾਏਗਾ ਇਹਨਾਂ ਚਾਰਾਂ ਹੀ ਦੇਸ਼ਾਂ ਵੱਲੋਂ। ਓਕੇ, ਕਿਹੜੇ ਏਰੀਆ ਦੇ ਵਿੱਚ ਐਕਸਪੈਂਡ ਕਰਨਗੇ? ਮਿਡਲ ਈਸਟ ਐਂਡ ਏਸ਼ੀਆ ਦੇ ਏਰੀਆ ਦੇ ਵਿੱਚ। ਈਵਨ ਇਹਨਾਂ ਨੇ ਬੋਲਿਆ ਕਿ ਪੋਲੀਟੀਕਲ ਕੋਆਪਰੇਸ਼ਨ ਵੀ ਸਾਡਾ ਇੱਕ ਏਜੰਡਾ ਰਹੇਗੀ। ਓਕੇ, ਔਰ ਇਹ ਸਾਰੇ ਜਿਹਨੇ ਮਿਲ ਕੇ ਟਰਾਂਸਪੋਰਟੇਸ਼ਨ, ਟੈਕਨੋਲੋਜੀ, ਟ੍ਰੇਡ, ਇਕਨੋਮਿਕਸ ਐਦਾਂ ਦੇ ਸਾਰੇ ਹੀ ਫੀਲਡ ਦੇ ਵਿੱਚ ਨਾ ਕੰਮ ਕਰਨਗੇ। ਓਕੇ, ਜ਼ਰੂਰ ਹੀ ਸੁਣਿਆ ਹੋਏਗਾ ਜਿਸ ਦੇ ਵਿੱਚ ਇੰਡੀਆ, ਜਾਪਾਨ, ਆਸਟ੍ਰੇਲੀਆ ਐਂਡ US ਇਹ ਚਾਰ ਕੰਟਰੀਜ਼ ਆਉਂਦੀਆਂ। ਰਾਈਟ, ਔਰ ਇਹਨਾਂ ਦੀ ਇੱਕ ਮੀਟਿੰਗ ਹੋਈ ਹੈ ਕਿੱਥੇ? ਵਾਸ਼ਿੰਗਟਨ ਦੇ ਵਿੱਚ। ਆਲਰਾਈਟ, ਇਹਨੂੰ ਤੁਸੀਂ ਕਿਸ ਤਰ੍ਹਾਂ ਯਾਦ ਰੱਖਣਾ ਹੈ? ਜੈ US ਤੋਂ ਯਾਦ ਰੱਖੋਗੇ। ਆਲਰਾਈਟ, ਦੇਖੋ ਜੇ ਤੇ ਹੈ ਜਾਪਾਨ, ਏ ਤੇ ਆਸਟ੍ਰੇਲੀਆ, ਆਈ ਤੇ ਇੰਡੀਆ ਐਂਡ US। ਆਲਰਾਈਟ, ਐਦਾਂ ਕਰਕੇ ਤੁਸੀਂ ਇਹਨਾਂ ਕੰਟਰੀਜ਼ ਨੂੰ ਯਾਦ ਰੱਖ ਸਕਦੇ ਹੋ। ਔਰ ਹਾਲ ਹੀ ਦੇ ਵਿੱਚ ਇਹਨਾਂ ਦੀ ਪਹਿਲੀ ਵਾਰ ਮੀਟਿੰਗ ਕਰਵਾਈ ਗਈ। ਓਕੇ, ਦੈਨ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਇਹਨਾਂ ਨੇ ਅਨਾਉਂਸ ਕੀਤਾ ਇੱਕ 3 ਗਰੁੱਪ ਨੂੰ, ਠੀਕ ਹੈ, ਯਾਨੀ ਜਿਸ ਦੇ ਵਿੱਚ 3 ਕੰਟਰੀਜ਼ ਹੋਣਗੀਆਂ ਔਰ ਇਹ ਇੰਡੋ ਪੈਸੀਫਿਕ ਦਾ ਜੋ ਰੀਜਨ ਹੈਗਾ ਨਾ ਇਸ ਦੀ ਸੁਰੱਖਿਆ ਦੇ ਲਈ ਕੰਮ ਕਰਨਗੇ। ਓਕੇ, ਤਾਂ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਕੰਟਰੀਜ਼ ਆਣਗੀਆਂ? ਆਸਟ੍ਰੇਲੀਆ, US ਐਂਡ UK। ਇਹਨਾਂ ਤਿੰਨੋਂ ਹੀ ਕੰਟਰੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਨਾਮ ਰੱਖਿਆ ਗਿਆ ਇਸ ਗਰੁੱਪ ਦਾ AUKUS, A for ਆਸਟ੍ਰੇਲੀਆ, UK ਐਂਡ USA, ਠੀਕ ਹੈ, ਇਹ ਯਾਦ ਰੱਖੋਗੇ। ਦੈਨ US, ਪਾਕਿਸਤਾਨ, ਅਫਗਾਨਿਸਤਾਨ ਐਂਡ ਉਜ਼ਬੇਕਿਸਤਾਨ ਇਹਨਾਂ ਨੇ ਵੀ ਇੱਕ ਕੁਆਡ ਗਰੁੱਪ ਬਣਾਇਆ ਹੈ। ਠੀਕ ਹੈ, ਕੁਆਡ ਮਤਲਬ ਕੁਆਡਰਿਲੇਟਰਲ ਗਰੁੱਪ ਹੈ ਨਾ, ਜਿਸ ਦੇ ਵਿੱਚ 4 ਕੰਟਰੀਜ਼ ਸ਼ਾਮਿਲ ਹੋਣਗੀਆਂ। ਤਾਂ ਇਹਨਾਂ ਨੇ ਕੀ ਬੋਲਿਆ ਆ ਕਿ ਅਸੀਂ ਕਿਉਂ ਇੱਕ ਗਰੁੱਪ ਬਣਾ ਰਹੇ ਹਾਂ। ਦੇਖੋ ਇਹਦੀ ਵੀ ਜੋ ਅਨਾਉਂਸਮੈਂਟ ਹੈ ਵੈਸੇ US ਦੇ ਜੋ ਬਾਈਡਨ ਨੇ ਹੀ ਕੀਤੀ ਸੀ। ਇਹਨਾਂ ਨੇ ਬੋਲਿਆ ਕਿ ਇਹ ਨਾ ਸਾਰੇ ਹੀ ਰੀਜਨ ਦੇ ਵਿੱਚ ਪ੍ਰੋਪਰ ਕਨੈਕਟੀਵਿਟੀ ਲੈ ਕੇ ਆਉਣਾ ਚਾਹੁੰਦੇ ਆ, ਜਿਸ ਦੇ ਨਾਲ ਜੋ ਚਾਈਨਾ ਹੈ ਇਹਦਾ BRI ਇਨੀਸ਼ੀਏਟਿਵ ਨੂੰ ਫਿਰ ਇਹ ਟੱਕਰ ਦੇ ਸਕਣ। ਠੀਕ ਹੈ, ਇਸ ਦੇ ਲਈ ਫਿਰ US, ਪਾਕਿਸਤਾਨ, ਅਫਗਾਨਿਸਤਾਨ ਐਂਡ ਉਜ਼ਬੇਕਿਸਤਾਨ ਨੇ ਇੱਕ ਗਰੁੱਪ ਬਣਾਇਆ, ਕੁਆਡ ਗਰੁੱਪ। ਆਲਰਾਈਟ, ਆਫਟਰ ਦੈਟ ਐਨ ਇੰਟਰਨੈਸ਼ਨਲ ਗਰੁੱਪ ਆਫ ਆਰਕੀਓਲੋਜਿਸਟ, ਇਹਨਾਂ ਨੇ ਕੀ ਲੱਭਿਆ ਜੀ, ਇਹਨਾਂ ਨੇ ਇਜ਼ਰਾਈਲ ਦੇ ਵਿੱਚ ਨਾ ਨਵੀਂ ਹਿਊਮਨ ਸਪੀਸ਼ੀਜ਼ ਜੋ ਹੈ ਇਸ ਨੂੰ ਹੁਣੇ ਫਾਈਂਡ ਕੀਤਾ। ਰਾਈਟ, ਕਿੱਥੇ ਜੀ, ਇਜ਼ਰਾਈਲ ਦੇ ਵਿੱਚ। ਆਲਰਾਈਟ, ਔਰ ਇਹ ਜੋ ਸਪੀਸ਼ੀਜ਼ ਹੈਗੀ ਹੈ ਇਹ ਬੋਲਿਆ ਜਾ ਰਿਹਾ ਹੈ ਕਿ ਹੁਣ ਤੱਕ ਨਾ ਇਹ ਪਾਰਟ ਮਿਸਿੰਗ ਸੀਗਾ ਸਾਡੀ ਹਿਸਟਰੀ ਦੇ ਵਿੱਚੋਂ। ਆਲਰਾਈਟ, ਆਫਟਰ ਦੈਟ UAE ਨੇ ਅਨਾਉਂਸ ਕੀਤਾ ਕਿ ਇਹ ਨਾ ਆਪਣੀ ਇੱਕ ਪ੍ਰੋਬ ਸੈਂਡ ਕਰਨਗੇ, ਕਿਹੜੀ ਜਗ੍ਹਾ ਤੇ,
ਇਹੋ ਜਿਹਾ ਐਸਟਰੋਇਡ ਜੋ ਮਾਰਸ ਐਂਡ ਜੁਪੀਟਰ ਦੇ ਵਿਚਕਾਰ ਹੈ। ਤੁਹਾਨੂੰ ਪਤਾ ਹੈ ਮਾਰਸ ਐਂਡ ਜੁਪੀਟਰ ਦੇ ਵਿਚਕਾਰ ਕੀ ਹੁੰਦੇ ਨੇ ਜੀ, ਐਸਟਰੋਇਡ ਹੁੰਦੇ ਆ, ਹੈ ਨਾ, ਐਸਟਰੋਇਡ ਬੈਲਟ ਹੁੰਦੀ ਹੈ। ਤਾਂ ਇੱਥੇ ਇੱਕ ਐਸਟਰੋਇਡ ਦੇ ਉੱਪਰ ਆਪਣੀ ਇੱਕ ਪ੍ਰੋਬ ਨੂੰ ਭੇਜਣਗੇ ਤਾਂ ਕਿ ਇਹ ਨਾ ਸਾਰਾ ਦਾ ਸਾਰਾ ਡਾਟਾ ਇਕੱਠਾ ਕਰ ਸਕਣ, ਜਿਸ ਦੇ ਨਾਲ ਪਤਾ ਚੱਲ ਸਕੇ ਕਿ ਜੋ ਅਰਥ ਹੈ ਉਹ ਕਿਸ ਤਰ੍ਹਾਂ ਫਾਰਮ ਹੋਈ ਸੀ। ऑलराइट, यस। नेक्स्ट है क्वेश्चन नंबर 8, विच कंट्री हैज डिक्लेयर्ड स्टेट ऑफ एमरजेंसी रिसेंटली। ਉਹ ਕਿਹੜਾ ਦੇਸ਼ ਹੈਗਾ ਆ ਜਿਸ ਦੇ ਵਿੱਚ ਹੁਣੇ ਐਮਰਜੈਂਸੀ ਦੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਜਾ ਰਿਹਾ ਹੈ ਔਰ ਇੱਥੇ ਨਾ ਡਿਕਲੇਅਰ ਕੀਤਾ ਗਿਆ ਸਟੇਟ ਆਫ ਐਮਰਜੈਂਸੀ। ऑलराइट, ਤਾਂ ਇਹ ਜੋ ਕੰਟਰੀ ਹੈ ਇਹ ਰਹੇਗੀ ਇਕਵਾਡੋਰ। ऑलराइट, ਇਕਵਾਡੋਰ ਇੱਕ ਸਾਊਥ ਅਮਰੀਕਨ ਕੰਟਰੀ ਹੈਗੀ ਹੈ ਔਰ ਇੱਥੇ ਦੇ ਜੋ ਪ੍ਰੈਸੀਡੈਂਟ ਹੈਗੇ ਨੇ ਨਾ ਕੌਣ ਜੀ, ਗੁਲਰਮੋ ਲੈਸੋ। ਇਹਨਾਂ ਨੇ ਹੀ ਅਨਾਉਂਸ ਕੀਤਾ ਕਿ ਇੱਥੇ ਹੁਣ 60 ਦਿਨ ਦੇ ਲਈ ਐਮਰਜੈਂਸੀ ਲਗਾ ਦਿੱਤੀ ਗਈ ਹੈ। ਰਾਈਟ, ਹੁਣ ਇਹ ਕਿਉਂ ਲਗਾਈ ਗਈ ਹੈ? ਇੱਥੇ ਨਾ ਡਰੱਗਸ ਦੇ ਨਾਲ ਰਿਲੇਟਿਡ ਕ੍ਰਾਈਮ ਬਹੁਤ ਹੀ ਜ਼ਿਆਦਾ ਵਧੇ ਹੋਏ ਹੈਗੇ ਆ ਤੇ ਪ੍ਰੈਸੀਡੈਂਟ ਨੇ ਬੋਲਿਆ ਕਿ ਜਿਹੜਾ ਇਕਵਾਡੋਰ ਹੈ ਨਾ ਇਹਦੇ ਵਿੱਚ ਡਰੱਗ ਟ੍ਰੈਫਿਕਿੰਗ ਬਹੁਤ ਜ਼ਿਆਦਾ ਚੱਲ ਰਹੀ ਹੈ ਔਰ ਇਹਦੀ ਕੰਜ਼ੰਪਸ਼ਨ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਇਸ ਦੇ ਕਰਕੇ ਇੱਥੇ ਮਰਡਰ, ਲੁੱਟ, ਚੋਰੀ ਇੱਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਪਈਆਂ। ਠੀਕ ਹੈ, ਹੁਣ ਇੱਥੇ ਐਮਰਜੈਂਸੀ ਦੇ ਦੌਰਾਨ ਪੁਲਿਸ ਐਂਡ ਆਰਮ ਫੋਰਸ ਇਹ ਆਪਸ ਦੇ ਵਿੱਚ ਮਿਲ ਕੇ ਕੰਮ ਕਰਨਗੇ। 24 ਘੰਟੇ ਨਾ ਇਹਨਾਂ ਦੀ ਗਸ਼ਤ ਚੱਲੇਗੀ। ਠੀਕ ਹੈ, ਚੈਕਿੰਗ ਚੱਲੇਗੀ, ਪੈਟਰੋਲਿੰਗ ਚੱਲੇਗੀ। ऑलराइट, ਇਸ ਦੇ ਨਾਲ ਫਿਰ ਜਿਹੜੀ ਡਰੱਗ ਹੈਗੀ ਹੈ ਇਹਨਾਂ ਦੇ ਲਈ ਛਾਪੇ ਵੀ ਮਾਰੇ ਜਾਣਗੇ। ਠੀਕ ਹੈ, ਔਰ ਇਕਵਾਡੋਰ ਦੇ ਵਿੱਚ ਨਾ ਜਿਹੜੀਆਂ ਇਹਨਾਂ ਦੇ ਪੜੋਸੀ ਜਿਹੜੀਆਂ ਕੰਟਰੀਜ਼ ਹੈ ਪੇਰੂ ਐਂਡ ਕੋਲੰਬੀਆ, ਇਹਨਾਂ ਤੋਂ ਬਹੁਤ ਹੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਡਰੱਗਸ ਜੋ ਹੈ ਸਮਗਲ ਕੀਤੀ ਜਾਂਦੀ ਹੈ। ਐਸੇ ਕਰਕੇ ਹੀ ਹੁਣ ਇਕਵਾਡੋਰ ਦੇ ਵਿੱਚ ਲਗਾਈ ਗਈ ਹੈ ਐਮਰਜੈਂਸੀ ਸਿਚੁਏਸ਼ਨ। ਠੀਕ ਹੈ, ਕਿਸ ਦੇ ਕਰਕੇ? ਡਰੱਗਸ ਦੇ ਕਰਕੇ। ऑलराइट, ਹੁਣ ਗੱਲ ਕਰ ਰਹੇ ਹਾਂ ਇਕਵਾਡੋਰ ਦੀ, ਤਾਂ ਇਸ ਦੀ ਜੋ ਕੈਪੀਟਲ ਹੈ ਉਹ ਰਹੇਗੀ ਕੁਇਟੋ। ਓਕੇ, ਐਂਡ ਇੱਥੇ ਦੀ ਕਰੰਸੀ ਕੀ ਹੈਗੀ ਹੈ ਜੀ? ਡਾਲਰ। ऑलराइट, ਹਾਂਜੀ। क्वेश्चन नंबर 9, joint sea 2021 naval drill has been took place between which countries। ਤਾਂ ਦੇਖੋ ਇੱਕ ਨਾ joint sea 2021 ਨਾਮ ਦੀ ਇੱਕ ਨੇਵਲ ਡਰਿਲ ਕਰਵਾਈ ਜਾ ਰਹੀ ਹੈ। ਪੁੱਛਿਆ ਜਾ ਰਿਹਾ ਹੈ ਕਿਹੜੀਆਂ ਕੰਟਰੀਜ਼ ਦੇ ਵਿੱਚ ਇਸ ਨੂੰ ਕਰਵਾਇਆ ਗਿਆ, ਤਾਂ ਇਹ ਹੋ ਜਾਣਗੇ ਜੀ ਚਾਈਨਾ ਐਂਡ ਰਸ਼ੀਆ। ऑलराइट, ਇਹਦੇ ਵਿੱਚ ਰਸ਼ੀਆ ਜੋ ਹੈ ਨਾ ਇੱਥੇ ਹੀ ਕਰਵਾਈ ਜਾ ਰਹੀ ਹੈ ਕਿਹੜੇ ਵਾਲੀ ਡਰਿਲ? ਜੁਆਇੰਟ ਸੀ 2021 ਰਸ਼ੀਆ ਦੇ ਗ੍ਰੇਟ ਗਲਫ ਦੇ ਵਿੱਚ ਕਰਵਾਈ ਜਾ ਰਹੀ ਹੈ। ਠੀਕ ਹੈ, ਔਰ ਇਹ ਜੋ ਗ੍ਰੇਟ ਗਲਫ ਹੈ ਇਹ ਕਿੱਥੇ ਸਿਚੁਏਟਿਡ ਹੈ? ਤਾਂ ਸੀ ਆਫ ਜਾਪਾਨ ਦੇ ਵਿੱਚ ਤੁਹਾਨੂੰ ਇਸ ਦੀ ਲੋਕੇਸ਼ਨ ਮਿਲ ਜਾਏਗੀ ਔਰ ਇਹਨੂੰ ਕਰਵਾਇਆ ਗਿਆ 14 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ। ऑलराइट, ਔਰ 2012 ਤੋਂ ਹੀ ਲਗਾਤਾਰ ਚਾਈਨਾ ਐਂਡ ਰਸ਼ੀਆ ਇਹਨਾਂ ਦੇ ਵਿਚਕਾਰ ਇੱਕ ਜੁਆਇੰਟ ਸੀ 2021 ਦੀ ਨੇਵਲ ਐਕਸਰਸਾਈਜ਼ਸ ਦੀ ਸੀਰੀਜ਼ ਚੱਲਦੀ ਪਈ ਆ। ਓਕੇ, ਔਰ ਐਸੀ ਸੀਰੀਜ਼ ਦਾ ਇੱਕ ਪਾਰਟ ਹੈ ਜਿਸ ਨੂੰ ਕੰਡਕਟ ਕੀਤਾ ਗਿਆ ਜੁਆਇੰਟ ਸੀ 2021 ਦੇ ਨਾਮ ਤੋਂ। ਠੀਕ ਹੈ, ਇੱਥੇ ਮੈਂ ਤੁਹਾਨੂੰ ਉਹ ਵਾਲੀਆਂ ਕੁਝ ਇੰਪੋਰਟੈਂਟ ਐਕਸਰਸਾਈਜ਼ਸ ਪ੍ਰੋਵਾਈਡ ਕੀਤੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੇ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਰਹਿਣਗੀਆਂ। ਸੋ ਇਹਨੂੰ ਤੁਸੀਂ ਯਾਦ ਕਰ ਲੈਣਾ। ਉਸ ਦੇਸ਼ ਦਾ ਨਾਮ ਦੱਸੋ ਜਿਸ ਨੇ ਦੁਨੀਆ ਦੀ ਪਹਿਲੀ ਐਦਾਂ ਦੀ ਟ੍ਰੇਨ ਚਲਾਈ ਹੈ ਜਿਸ ਦੇ ਉੱਪਰ ਕਿਸੇ ਡਰਾਈਵਰ ਦੀ ਜ਼ਰੂਰਤ ਨਹੀਂ ਹੈ, ਆਪਣੇ ਆਪ ਹੀ ਚੱਲਦੀ ਹੈ। ਠੀਕ ਹੈ, ਤਾਂ ਇਹ ਹੋ ਜਾਏਗਾ ਜੀ ਜਰਮਨੀ। ऑलराइट, ਤਾਂ ਜਰਮਨੀ ਨੇ ਪਹਿਲੀ ਡਰਾਈਵਰਲੈਸ ਐਂਡ ਆਟੋਮੇਟਿਡ ਟ੍ਰੇਨ ਨੂੰ ਲਾਂਚ ਕੀਤਾ ਹੈਗਾ ਆ। ਇਹਨੂੰ ਕਿਹੜੀ ਸਿਟੀ ਤੋਂ ਇਹਨਾਂ ਨੇ ਲਾਂਚ ਕੀਤਾ? ਤਾਂ ਯਾਦ ਰੱਖਣਾ ਹੈ ਹੰਬਰਗ ਸਿਟੀ ਤੋਂ ਇਸ ਨੂੰ ਲਾਂਚ ਕੀਤਾ ਗਿਆ ਹੈ। ਠੀਕ ਹੈ, ਔਰ ਇਹਨੂੰ ਡਿਵੈਲਪ ਕਿਹੜੀ ਜੋ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ? ਸਾइमेंस ਐਂਡ ਡੋਚੇ ਬਹਿਨ ਨਾਮ ਦੀ ਕੰਪਨੀ ਵੱਲੋਂ। ਠੀਕ ਹੈ, ਤੇ ਹੈਮਬਰਗ ਜੋ ਹੈ ਨਾ ਇਹਨਾਂ ਨੇ ਕੀ ਬੋਲਿਆ ਜਰਮਨੀ ਨੇ ਕਿ ਇੱਥੇ 60 ਮਿਲੀਅਨ ਯੂਰੋ ਜੋ ਹੈਗੇ ਨੇ, ਠੀਕ ਹੈ, ਇਹਨਾਂ ਨੂੰ ਸਪੈਂਡ ਕੀਤਾ ਜਾ ਰਿਹਾ ਆ ਤਾਂ ਕਿ ਹੰਬਰਗ ਦੇ ਵਿੱਚ ਬਿਲਕੁਲ ਅਰਬਨ ਰੇਲ ਸਟੇਸ਼ਨ ਜੋ ਹੈ ਇਹਨੂੰ ਮਾਡਰਨਾਈਜ਼ ਕੀਤਾ ਜਾ ਸਕੇ। ਠੀਕ ਹੈ, ਔਰ ਐਸੇ ਹੀ ਪ੍ਰੋਜੈਕਟ ਦੇ ਅੰਡਰ ਫਿਰ ਹੁਣ ਇਸ ਟ੍ਰੇਨ ਨੂੰ ਵੀ ਲਾਂਚ ਕੀਤਾ ਗਿਆ ਔਰ ਇਸ ਦੇ ਲਈ ਨਾ ਕੋਈ ਵੀ ਇਹਨਾਂ ਨੇ ਨਵਾਂ ਟਰੈਕ ਨਹੀਂ ਵਿਛਾਇਆ ਬਲਕਿ ਜਿਹੜੀ ਇਹਨਾਂ ਦੇ ਕੋਲੋਂ ਪਹਿਲਾਂ ਹੀ ਅਵੇਲੇਬਿਲਿਟੀ ਹੈਗੀ ਸੀ ਨਾ ਉਹਦੇ ਉੱਪਰ ਹੀ ਇਹਨਾਂ ਨੇ ਇਸ ਟ੍ਰੇਨ ਨੂੰ ਚਲਾ ਦਿੱਤਾ। ਓਕੇ, ਪ੍ਰੈਸੀਡੈਂਟ ਕੌਣ ਰਹਿਣਗੇ ਫਿਰ ਜੀ? ਜਰਮਨੀ ਦੇ फ्रैंक वॉल्टर स्टिनमेयर। ठीक है, और चांसलर हो जाएंगे एंजेला मार्केल। करेंसी रहेगी यूरो। ओके, यस। रीसेंट न्यूज़ देखिए तो जो जर्मनी है इन्होंने अनाउंस किया कि आर्टिफैक्ट्स जो है ना इन्हों वापस करेंगे नाइजीरिया नू। नाइजीरिया के आर्टिफैक्ट्स का नाम है बेनिन ब्रॉन्जेस। ठीक है, तो यानी कि ये एक तरह की कलाकृतियां है जो कि एट प्रेजेंट जर्मनी के मिलनगियां और इन्होंने नाइजीरिया नू हुणे वापस करनी है। देन जर्मनी बेस्ड एक एनजीओ है जर्मन वॉच, नाम जरूर सुनिया होना है। जर्मन वॉच जो है अक्सर पेपरों के विच आंदा है कि किहड़े वाला इंडेक्स जारी करती है तो ग्लोबल क्लाइमेट रिस्क इंडेक्स इनू जारी किया जाता है।
इंडिया का रैंक रहा 7th, ठीक है। किहड़ियां कंट्रीज दे विच जिन्हां दे उपर क्लाइमेट चेंज का बहुत ज़्यादा इफेक्ट पै रहा। ऑलराइट, क्वेश्चन नंबर 11, विच कंपनी एक्वायर्ड स्टेक्स इन मनीष मल्होत्रा's डिजाइन। मनीष मल्होत्रा का नाम किने नहीं सुनिया होया, सबने सुनिया होना है, राइट। इन्हां दी एक कंपनी है स्टाइल्स, यानी मनीष मल्होत्रा स्टाइल्स, ठीक है। इहदे ना कुछ स्टेक्स है जिन्होंने एक्वायर किया है। पूछा जा रहा है कि कंपनी ने एक्वायर किया है, तो रिलायंस ने, ठीक है। मनीष मल्होत्रा एक डिजाइनर है ने, एज यू ऑल नो, ठीक है। और इन्हां दी स्टाइल दे विच रिलायंस ने 40% जिहड़े स्टेक है ने ये बाय कर लिया, ओके। और स्टाइल प्राइवेट लिमिटेड वालों पहली बार ऐदा होया कि ये ना किसी एक्सटर्नल इन्वेस्टमेंट दे विच इंडल्ज होए होन, ठीक है। तो मनीष मल्होत्रा ने स्टाइल के नाम के उपर एक रिटेल कंपनी स्टार्ट कदों की सी, 2005 दे विच स्टार्ट की गई, राइट। और ये 4 ना फ्लैगशिप स्टोर्स भी है हैदराबाद, मुंबई एंड न्यू दिल्ली दे विच, ओके। एंड जिहड़े मनीष है ने हुणे स्टाइल के MD यही रहणगे, ओके, ये चेंज नहीं होंगे। यस, हुण रीसेंट न्यूज़ देखते हैं तो जो सेबी है यानी द सिक्योरिटीज़ एंड एक्सचेंज बोर्ड ऑफ इंडिया, इन्होंने रीसेंटली रिलायंस इंडस्ट्रीज लिमिटेड नू फाइन किया। किस लिए फाइन किया गया जी? क्योंकि इन्होंने ना मैनीपुलेट किया सी ट्रेड करन दे विच, किहड़े फील्ड दे विच? रिलायंस पेट्रोलियम लिमिटेड दे विच, ठीक है। आफ्टर दैट रिलायंस ने अनाउंस किया कि एक लॉन्च करेंगे न्यू क्लीन एनर्जी फैक्ट्री नू। किस लिए? इत्थे सोलर पावर दे नाल, ठीक है, ग्रीन हाइड्रोजन दे नाल और बैटरीज दे नाल जिहड़ा हैगा डेवलपमेंट की जाएगी ताकि इन्वायरमेंट फ्रेंडली जो है एनर्जी नू प्रोड्यूस किया जा सके, ठीक है। आफ्टर दैट द रिलायंस लाइफ साइंसिस ने डेवलप किया RT-PCR दी किट नू, ठीक है। और ये किट केड़ी हैगी है? एक कोविड दी इन्फेक्शन नू जो है 2 घंटे के अंदर अंदर दस दिंदी सी, ठीक है। और एदा नाम की है आर ग्रीन किट, ये याद रखना है। दैन हरियाणा की गवर्नमेंट ने साइन किया एक एग्रीमेंट रिलायंस इंडस्ट्री दे नाल, ठीक है। इन्हां दी किहड़ी सबसिडरी दे नाल कीता है जी? जियो दे नाल। किस लिए? सो दैट कि इत्थे दे जिहड़े पिंडां दे एरियाज हैगे हरियाणा दे, इत्थे दे स्कूल दे बच्चों नू एजुकेशन प्रोवाइड की जा सके, ठीक है। क्वेश्चन नंबर 12, सरनजीत सिंह हु पास्ड अवे रीसेंटली बिलोंग टू विच फील्ड। तो सरनजीत सिंह जी का हाल ही दे विच देहांत होया, किहड़े स्पोर्ट्स दे नाल बिलोंग करते सी? तो ये हैगे जी इंटरनेशनल लैवल के हॉकी के खिडारी, ठीक है। और ये स्टेट बैंक ऑफ इंडिया के वलों कोरोनेशन क्लब की साइड तो खेलते होंगे सीगे, जो कि लोकल लीग होंदी सी, ठीक है। एंड हैदराबाद जूनियर्स एज वैल एज सीनियर्स दे विच ये काफ़ी साल तक रिप्रेजेंट करते रहे ने, कदों 70s तो लैके 80s दे विच, ओके। एंड 1983 दे विच इन्होंने इंडिया की टीम के वलों एक मैच होया सी जिसनों इन्होंने जर्मनी के टूर दे विच खेडिया सी, ठीक है। उस टीम का भी यह मैंबर रहे सी जर्मनी टूर का, ऑलराइट। हाँ जी, ये है रीसेंट दे विच होइयां कुछ डेथ्स, राइट। इन्हों तो डेफिनेटली हुण तुसीं अपने आप ही पढ़ना है, ऑलराइट। और ये हाल ही दे विच इन्हां दी डेथ हुई है। यस, क्वेश्चन नंबर 13, व्हाट इज द रैंक ऑफ इंडिया इन द रूल ऑफ लॉ इंडेक्स। देखो 2021 का एक इंडेक्स आया रूल ऑफ लॉ, इस पूछा गया कि इंडिया का रैंक किनवा रहेगा, ठीक है। और रैंक्स के नाल रिलेटेड बहुत सारे क्वेश्चन अक्सर पूछे जाते हैं, इसलिए इन्हू ध्यान नाल समझना, ठीक है। तो इंडिया का रैंक रूल ऑफ लॉ दे विच रहेगा 79th, ऑलराइट। कितनियां टोटल कंट्री सीगियां? 139 कंट्री सी, राइट। और ये रिपोर्ट जो है, क्योंकि ये भी पूछा जाता है कि ये फलानी जो रिपोर्ट है किहदे वल्लों जारी की गई, ठीक है। तो याद रखोगे द वर्ल्ड जस्टिस प्रोजेक्ट्स, इन्होंने इनू जारी किया है। और ये टॉपर कौन रहे? डेनमार्क, दूसरे नंबर पर नॉर्वे, तीसरे नंबर के उपर रहा फिनलैंड, ठीक है। सब तो नीचे आएगा जी वेनेजुएला, ऑलराइट। यस, ये हुण रीसेंट दे विच काफ़ी सारे इंडेक्स मैं तुहानूं प्रोवाइड करते हैं जिस दे विच किन्नियां कंट्रीज दे विचों इंडिया का रैंक किनवा रहा, ठीक है। ये सारे रैंक तुसीं याद कर लेने हैं, ऑलराइट। क्वेश्चन नंबर 14, RBI imposed ₹1 crore penalty on which payment bank। RBI ने हाल ही दे विच 1 करोड़ रुपए की पेनल्टी लगाई है। पूछा जा रहा है किहड़े पेमेंट बैंक नूं ये पेनल्टी लगी है, ठीक है। तो ये हो जाएगा पेटीएम पेमेंट्स बैंक, ऑलराइट। RBI के अकॉर्डिंग ना की हुंदा है, एस बैंक ने ना कुछ वायलेशन कीतियां हैं जिधर कि पेमेंट दे विच सैटलमेंट दे विच, राइट। तो 2007 का एक RBI का एक्ट है पेमेंट एंड सैटलमेंट सिस्टम एक्ट, ये एक क्लॉज है, एक सैक्शन है 26(2)
ਰਾਈਟ। ਇਹਦੇ ਵਿੱਚ ਦਰਜ ਕੁਝ ਐਦਾਂ ਦੇ ਰੂਲਸ ਹੈ ਜਿਨ੍ਹਾਂ ਨੂੰ ਤੋੜਿਆ ਕਿੰਨੇ, पेटीएम पेमेंट्स बैंक ने। ऑल राइट, एंड आरबीआई ने बोलिया हैगा आ कि पेमेंट जिहड़े बैंक हुंदे ने ना, ये COA यानी कि सर्टिफिकेशन ऑफ अथॉराइजेशन, ठीक है, ਇਹਦੇ ਵੇਲੇ ਜਦੋਂ ਵੀ ਕੋਈ ਐਪਲੀਕੇਸ਼ਨ ਦਿੰਦੇ ਨੇ, ਠੀਕ ਹੈ, ਤਾਂ ਇਹਦੇ ਵਿੱਚ ਇਹਨਾਂ ਨੂੰ ਕੁਝ ਨਾ ਕੁਝ ਇਨਫੋਰਮੇਸ਼ਨ ਭਰਨੀ ਪੈਂਦੀ ਹੈ, ਰਾਈਟ। ਔਰ ਇਹ ਸਰਟੀਫਿਕੇਟ ਆਫ ਆਥੋਰਾਈਜੇਸ਼ਨ ਦੇ ਵਿੱਚ पेटीएम पेमेंट बैंक ने गलत इन्फॉर्मेशन प्रोवाइड की आरबीआई ਨੂੰ, ਇਸ ਲਈ ਫਿਰ ਇਸ ਨੂੰ 1 ਕਰੋੜ ਦੀ ਪੈਨਲਟੀ ਲੱਗੀ ਹੈ। ਓਕੇ, पेटीएम ਦੇ ਚੇਅਰਮੈਨ ਕੌਣ ਹੈਗੇ ਆ, ਵਿਜੇ ਸ਼ੰਕਰ ਸ਼ਰਮਾ। ਹੈੱਡਕੁਆਟਰ ਮਿਲੇਗਾ ਤੁਹਾਨੂੰ ਨੋਇਡਾ यूपी ਦੇ ਵਿੱਚ। ਐਂਡ ਇਹਦੇ MD ਐਂਡ CEO ਕੌਣ ਹੋਣਗੇ ਜੀ, ਸਤੀਸ਼ ਕੁਮਾਰ ਗੁਪਤਾ। ऑल राइट, ਹੁਣ ਦੇਖ ਲੈਂਦੇ ਆ ਕੁਝ ਬੈਂਕਿੰਗ ਨਿਊਜ਼ ਨੂੰ। ਤਾਂ ਆਰਬੀਆਈ ਜੋ ਹੈ ਇਹਨਾਂ ਨੇ ਕਰੂਰ ਵੈਸਿਆ ਬੈਂਕ ਨੂੰ ਇਸ ਲਈ ਅਥੋਰਾਈਜ਼ ਕਰ ਦਿੱਤਾ ਹੈ ਕਿ ਹੁਣ ਇਹ ਨਾ ਡਾਇਰੈਕਟ ਟੈਕਸਿਸ ਦੀ ਕਲੈਕਸ਼ਨ ਕਰ ਸਕਣਗੇ। ਆਲਰਾਈਟ, ਦੈਨ ਕੋਟਕ ਮਹਿੰਦਰਾ ਨੇ ਲਾਂਚ ਕੀਤਾ ਮਾਈਕਰੋ ATMs ਨੂੰ ਸਾਰੇ ਹੀ ਇੰਡੀਆ ਦੇ ਵਿੱਚ, ਔਰ ਇਹ ਪਹਿਲਾ ਇਦਾਂ ਦਾ ਬੈਂਕ ਬਣਿਆ ਜਿਸ ਨੇ ਮਾਈਕਰੋ ATMs ਨੂੰ ਲਾਂਚ ਕੀਤਾ ਹੈ। ਇਸ ਨੂੰ ਅਸੀਂ ਪਿੱਛੇ ਵਾਲੀ ਵੀਡੀਓ ਦੇ ਵਿੱਚ ਕਵਰ ਵੀ ਕੀਤਾ ਸੀ ਕਰੰਟ ਅਫੇਅਰ ਦੇ ਵਿੱਚ, ਰਾਈਟ। ਇਸ ਤੋਂ ਬਾਅਦ PNB ਯਾਨੀ ਕਿ ਪੰਜਾਬ ਨੈਸ਼ਨਲ ਬੈਂਕ, ਇਹਨਾਂ ਨੇ 6S ਨਾਮ ਦਾ ਇੱਕ ਕੈਂਪੇਨ ਸਟਾਰਟ ਕੀਤਾ ਹੈ, ਠੀਕ ਹੈ। 6S ਕਿਹੜੇ ਕਿਹੜੇ ਹੋ ਜਾਣਗੇ, ਇੱਕ ਤਾਂ ਹੈਗਾ ਸਵਾਭਿਮਾਨ, then समृद्धि, संपर्क, शिखर, then संकल्प एंड स्वागत। ओके, एक स्पैशल अवेयरनेस कैंपेन हैगा आ जो कि इन्होंने बोलिया कि पूरे इंडिया दे विच जिन्नियां भी फाइनैशियल सर्विसेज प्रोवाइड कीतियां जांदियां PNB ਵੱਲੋਂ ਇਹਦੇ ਲਈ ਅਵੇਅਰ ਕੀਤਾ ਜਾਏਗਾ ਪਬਲਿਕ ਨੂੰ। ऑलराइट, आफ्टर दैट SBI ने लॉन्च ਕੀਤਾ ਨਵ कैश कार्ड, ठीक है। ਇਹਨਾਂ ਨੇ ਇੰਡੀਅਨ ਨੇਵੀ ਦੇ ਨਾਲ ਕੋਲੈਬੋਰੇਟ ਕਰਕੇ ਕੀਤਾ ਹੈ। ਇਹ ਤੁਸੀਂ ਯਾਦ ਰੱਖੋਗੇ किस दी कोलैबोरेशन दे नाल SBI ने इस कार्ड ਨੂੰ ਲਾਂਚ ਕੀਤਾ ਹੈ। ओके, ਉਹ ਇਹ कार्ड ਦੀ ਜਿਹੜੀ ਸਰਵਿਸਿਜ਼ ਹੈਗੀਆਂ, ਇੰਡੀਆ ਦੇ ਲਾਰਜੈਸਟ ਨੇਵਲ 에ਅਰਕ੍ਰਾਫਟ ਨਾਮ ਕੀ ਹੈ ਜੀ, INS ਵਿਕਰਮਾਦਿੱਤਿਆ, ਠੀਕ ਹੈ, ਇਹਦੇ ਲਈ ਸਟਾਰਟ ਕੀਤੀਆਂ ਗਈਆਂ। ਦੇਖੋ ਵਿਕਰਮਾਦਿੱਤਿਆ ਜਦੋਂ ਸੇਲਿੰਗ ਕਰ ਰਿਹਾ ਹੋਊਗਾ, ਜਦੋਂ ਯਾਨੀ ਕਿ ਪੂਰੇ ਜਦੋਂ ਸਮੁੰਦਰ ਦੇ ਵਿੱਚ ਹੋਏਗਾ, ਠੀਕ ਹੈ, ਉਸ ਟਾਈਮ ਬਿਨਾ ਕੈਸ਼ ਦਿੱਤੇ ਹੀ, ਜੋ ਬਿਨਾ ਕੈਸ਼ ਰੱਖੇ ਇੰਪੋਰਟੈਂਟ ਸਰਵਿਸਿਜ਼ ਇਹਦੇ ਤੇ ਲਈਆਂ ਜਾ ਸਕਣਗੀਆਂ, ਠੀਕ ਹੈ, ਨਵ कैश कार्ड ਦੇ ਥਰੂ। then गवर्नमेंट ऑफ इंडिया ने सैटअप किया इंडिया डेट रेजोल्यूशन कंपनी नू, ठीक है, IDRCL। ऑलराइट, किस लिए, ताकि बैड लोन जेडे हैगे आ इन्हां नू टैकल किया जा सके, यानी कि वो वाले लोन जेडे लोग लै तां लैंदे आ पर वापस नहीं करते, ठीक है। then क्वेश्चन नंबर 15, when India crossed 100 करोड़ COVID-19 वैक्सीनेशन माइलस्टोन। वेरी इंपॉर्टेंट क्वेश्चन, इंडिया ने कदों 100 करोड़ वैक्सीनेट करन दा एक माइलस्टोन जो है ਇਹਨੂੰ ਪੂਰਾ ਕੀਤਾ, ਠੀਕ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ ਜੀ, 21 ਅਕਤੂਬਰ, ਰਾਈਟ। ਔਰ ਇਹ ਮਾਈਲਸਟੋਨ ਨੂੰ ਇੰਡੀਆ ਨੇ ਕਰੀਬ 9 ਮਹੀਨਿਆਂ ਦੇ ਵੈਕਸੀਨੇਸ਼ਨ ਕੈਂਪੇਨ ਦੇ ਵਿੱਚ ਪੂਰਾ ਕੀਤਾ ਹੈਗਾ ਆ। ਇਸ ਓਕੇਜ਼ਨ ਨੂੰ ਮਾਰਕ ਕਰਨ ਵਾਸਤੇ ਯੂਨੀਅਨ ਹੈਲਥ ਮਿਨਿਸਟਰੀ ਜੋ ਹੈ ਇਹਨਾਂ ਨੇ ਇਵੈਂਟਸ ਦੀ ਇੱਕ ਸੀਰੀਜ਼ ਨੂੰ ਵੀ ਲਾਂਚ ਕੀਤਾ, ਰਾਈਟ। ਔਰ ਇਸ ਸੀਰੀਜ਼ ਦੇ ਵਿੱਚ ਨਾ 2 ਮਿੰਟ ਔਰ 4 ਸੈਕਿੰਡ ਦੀ ਇੱਕ ਵੀਡੀਓ ਹੋਏਗੀ, ਰਾਈਟ। ਔਰ ਇਹਦੇ ਵਿੱਚ ਕੀ ਹੋਣਾ, ਵਿਜ਼ੂਅਲ ਰਿਪਰੈਜ਼ੈਂਟੇਸ਼ਨ ਕੀਤੀ ਜਾਏਗੀ ਔਰ ਇਹ ਦਿਖਾਇਆ ਜਾਏਗਾ ਕਿ ਜਦੋਂ ਕੋਵਿਡ ਆਇਆ ਤਾਂ ਇਹਦੇ ਖਿਲਾਫ ਇੰਡੀਆ ਨੇ ਕਿਸ ਤਰ੍ਹਾਂ ਲੜਾਈ ਲੜੀ ਹੈ। ऑलराइट, अगर तुसी टॉप 5 स्टेट्स देखोगे ਕਿਹੜੇ ਵਾਲੀਆਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵੈਕਸੀਨੇਟ ਕੀਤਾ ਆਪਣੀ ਜਨਤਾ ਨੂੰ, ਤਾਂ ਪਹਿਲੀ ਰਹੇਗੀ यूपी, दूसरी है महाराष्ट्र, तीसरी है वेस्ट बंगाल, चौथी है गुजरात एंड पंजवी रहेगी MP, ठीक है। और इस वैक्सीनेशन के दौरान जो इंडिया है ना, ਇਹਨਾਂ ਨੇ ਬੋਲਿਆ ਸੀ ਕਿ 16 जनवरी ਨੂੰ ਇਹਨਾਂ ਨੇ ਇਸ ਕੈਂਪੇਨ ਨੂੰ ਸਟਾਰਟ ਕੀਤਾ ਸੀਗਾ, ਰਾਈਟ। ਔਰ ਇਹ ਨਾ ਪਹਿਲਾ ਫੇਜ਼ ਸੀ, ਓਕੇ। ਔਰ ਜਿਹੜੇ ਫਰੰਟਲਾਈਨ ਵਰਕਰਸ ਹੈਗੇ ਸੀ ਉਹਨਾਂ ਦੀ ਵੈਕਸੀਨੇਸ਼ਨ ਕਦੋਂ ਸਟਾਰਟ ਹੋਈ, ਸੈਕਿੰਡ ਫੇਜ਼ ਦੇ ਵਿੱਚ 2 ਫੈਬਰੂਰੀ ਤੋਂ ਸਟਾਰਟ ਕੀਤੀ ਗਈ ਸੀ, ਓਕੇ। ਕੁਐਸਚਨ ਨੰਬਰ 16, ਵਿਚ ਮਿਨਿਸਟਰੀ ਹੈਜ਼ ਲਾਂਚਡ ਦ ਬੁੱਕ ਔਨ ਵੀਰ ਸਾਵਰਕਰ। ਕਿਹੜੀ ਮਿਨਿਸਟਰੀ ਨੇ ਵੀਰ ਸਾਵਰਕਰ ਜੀ ਦੇ ਉੱਪਰ ਇੱਕ ਬੁੱਕ ਲਿਖੀ ਹੈ। हिस्ट्री अगर तुहाडे पेपर का पार्ट है तो दिस क्वेश्चन विल बी वेरी मच इंपॉर्टेंट फॉर ऑल ऑफ यू, ठीक है। तो यह मिनिस्ट्री रहेगी किहड़ी जी, डिफेंस मिनिस्ट्री, राइट। जिहड़े साडे डिफेंस मिनिस्टर हैगे ने राजनाथ सिंह, इन्हां ने ही इस बुक नूं लॉन्च कीता है ना। नाम पूरा की हैगा, वीर सावरकर द मैन हु कुड हैव प्रिवेंटेड पार्टीशन, ठीक है। और इनू ना जो चिरायु पंडित एंड उदय महुकर्णी ਇਹਨਾਂ ਦੋਨਾਂ ਨੇ ਮਿਲ ਕੇ ਲਿਖਿਆ ਆ, ਰਾਈਟ। ਹਾਂਜੀ, ਤਾਂ ਬੁੱਕ ਦਾ ਨਾਮ ਐਂਡ ਦੇ ਰਾਈਟਰ, ਇਹ ਦੋਨੋਂ ਯਾਦ ਰੱਖਣੇ ਆ। ਆਫਟਰ ਦੈਟ ਇੱਥੇ ਲਿਸਟ ਮਿਲ ਜਾਏਗੀ ਤੁਹਾਨੂੰ ਬੁੱਕਸ ਐਂਡ ਆਥਰਸ ਦੀ ਜਿਹੜੀਆਂ ਹਾਲ ਹੀ ਦੇ ਵਿੱਚ ਰਿਲੀਜ਼ ਹੋਈਆਂ, ਠੀਕ ਹੈ। ਤਾਂ ਪਲੀਜ਼ ਗੋ ਥਰੂ ਦੈਟ ਵਨਸ, ਓਕੇ। ਨੈਕਸਟ ਕੁਐਸਚਨ ਖਤਮ, ਆਲ ਰਾਈਟ। ਚਲੋ, ਤਾਂ ਇਹ ਸੀਗੇ
18 ਤੋਂ ਲੈ ਕੇ 24 ਅਕਤੂਬਰ ਦੇ ਸਾਰੇ ਹੀ ਕਰੰਟ ਅਫੇਅਰਸ। ਓਕੇ, ਆਈ ਹੋਪ ਕਿ ਤੁਹਾਨੂੰ ਇਹ ਸੈਸ਼ਨ ਅੱਛਾ ਲੱਗਿਆ ਹੋਏਗਾ। ਇਫ ਸੋ then do like and subscribe the channel and share in your studies group. All right, thank you so much, have a nice time। ਕੱਲ ਮਿਲਦੇ ਹਾਂ ਇੱਕ ਹੋਰ ਸੈਸ਼ਨ ਦੇ ਨਾਲ। ਥੈਂਕ ਯੂ।